ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ। ਬੜੀ ਦੇਰ ਹੋ ਗਈ, 3-4 ਹਫ਼ਤੇ ਹੋ ਗਏ ਆਇਆਂ ਨੂੰ ਇੱਥੇ ਸਟੂਡੀਓ ਦੇ ਵਿੱਚ। ਸੋ ਯੂਜਲੀ ਆਪਾਂ ਦਫ਼ਤਰ ਤੋਂ ਕਰਦੇ ਸ਼ੋ, ਤਾਂ ਮੈਂ ਕਿਹਾ ਅੱਜ ਮੈਂ ਆਈ ਜਾਂਦਾ, ਦਿਨ ਵੀ ਵਧੀਆ। ਸੋ ਆਪਾਂ ਨੂੰ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਹਾਂ, ਡਿਸਕ੍ਰਾਈਬ ਕਰ ਦਿੰਦੇ ਕਿ ਲੇਟੈਸਟ ਕੀ ਹੋ ਰਿਹਾ ਇਮੀਗ੍ਰੇਸ਼ਨ ਦੀ ਦੁਨੀਆ 'ਚ ਅਤੇ ਕੋਵਿਡ ਦੀ ਦੁਨੀਆ 'ਚ ਕੀ ਹੋ ਰਿਹਾ। ਸੋ ਕਾਫੀ ਅੱਜ ਗੱਲਾਂ ਕਰਾਂਗੇ। ਅੱਜ ਆਪਾਂ ਕਰਾਂਗੇ ਗ੍ਰੈਜੂਏਟ ਸਕੀਮ ਬਾਰੇ, ਜਿਹਨੂੰ ਆਪਾਂ ਪੋਸਟ ਸਟੱਡੀ ਵਰਕ ਵੀਜ਼ਾ ਵੀ ਕਹਿ ਦਿੰਦੇ ਹਾਂ, ਉਹਦੇ ਬਾਰੇ, ਕਿਉਂਕਿ ਉਹ 1 ਜੁਲਾਈ ਨੂੰ ਆ ਰਿਹਾ ਹੈ। ਸੋ ਜਿਹੜੇ ਸਟੂਡੈਂਟ ਇੱਥੇ ਪੜ੍ਹ ਰਹੇ ਆ ਉਹਨਾਂ ਨੂੰ ਮੈਂ ਇਨਫੋਰਮੇਸ਼ਨ ਦਊਂਗਾ। ਬਾਕੀ ਦਊਂਗਾ ਮੈਂ ਯੂਰਪ ਵਾਲਿਆਂ ਨੂੰ ਕਿ 30 ਜੂਨ ਦੀ ਜੋ ਡੈਡਲਾਈਨ ਆ ਉਸ ਤੋਂ ਪਹਿਲਾਂ ਆਪਾਂ ਕੀ ਕਰ ਸਕਦੇ ਹਾਂ, ਕੀ ਨਹੀਂ, ਕਿਉਂਕਿ ਉਹ ਵੀ ਆ ਰਹੀ ਆ ਆਉਂਦੇ ਦਿਨਾਂ 'ਚ। ਪਰ ਪਹਿਲਾਂ ਆਪਾਂ ਸ਼ੁਰੂ ਕਰੀਏ ਕੋਵਿਡ ਬਾਰੇ ਜੀ, ਕਿ ਕੋਵਿਡ ਦਾ ਜੋ ਸਿਚੁਏਸ਼ਨ ਚੱਲ ਰਿਹਾ, ਕੀ ਸਿਚੁਏਸ਼ਨ ਹੈ ਯੂਕੇ ਦੇ ਵਿੱਚ, ਕੀ ਹੋਇਆ ਕੀ ਨਹੀਂ। ਸੋ ਅੱਜ ਦੇ ਜੋ ਫਿਗਰਸ ਹੈਗੇ ਆ ਉਹ ਇਹ ਕਹਿੰਦੇ ਜੀ ਕਿ 15,810 ਨਵੇਂ ਕੇਸ ਹੋਏ ਆ ਜੀ ਕੋਵਿਡ ਦੇ। ਸੋ ਇਹਦਾ ਮਤਲਬ ਕੋਵਿਡ ਹਲੇ ਹੈਗੀ ਆ ਇੱਥੇ। ਰੋਜ਼ ਦੇ 15 ਉਸ ਤੋਂ ਕੱਲ੍ਹ 16,000 ਸੀਗੇ, ਅੱਜ 15,810 ਆ। ਸੋ ਕੋਵਿਡ ਦੇ ਕੇਸ ਹੁੰਦੇ ਆ ਰੋਜ਼। ਮੌਤਾਂ ਕਿੰਨੀਆਂ ਹੋਈਆਂ ਜੀ? 18 ਮੌਤਾਂ ਅੱਜ ਹੋਈਆਂ ਜੀ, ਅਤੇ ਕੱਲ੍ਹ 21 ਹੋਈਆਂ ਸੀਗੀਆਂ। ਸੋ ਰਾਊਂਡ ਅਬਾਊਟ 10-20 ਬੰਦੇ ਹਲੇ ਵੀ ਪੂਰੇ ਹੁੰਦੇ ਆ ਰੋਜ਼ ਦੇ। ਹਾਂ, ਇਹ ਬਹੁਤ ਘਟਾਇਆ ਜਦੋਂ ਆਪਾਂ ਅਰਲੀਅਰ ਗੱਲ ਕਰਦੇ ਸੀ ਈਅਰ ਦੇ ਵਿੱਚ ਕਿ 1000, 800, 900 ਬੰਦਾ ਜਦੋਂ ਲੋਕਡਾਊਨ ਸ਼ੁਰੂ ਹੋਇਆ, ਜਦੋਂ ਦਸੰਬਰ ਵਿੱਚ ਸ਼ੁਰੂ ਹੋਇਆ ਲੋਕਡਾਊਨ, ਉਹ ਕਿੰਨੀਆਂ ਮੌਤਾਂ ਹੋ ਰਹੀ ਸੀ। ਸੋ ਇਹਦਾ ਸਕਸੈਸ ਹੈ ਜ਼ਿਆਦਾ ਤਾਂ ਕਹਿ ਰਹੇ ਕਿ ਜੀ ਕਿਉਂ ਥੱਲੇ ਹੋਇਆ, ਇਹ ਕਿਉਂ ਵੈਕਸੀਨੇਸ਼ਨਾਂ ਦੇ ਹਿਸਾਬ ਨਾਲ ਬਹੁਤ ਅਸਰ ਪਿਆ ਲੋਕਾਂ ਨੂੰ, ਉਹਦੇ ਨਾਲ ਮੌਤਾਂ ਬਹੁਤ ਘੱਟ ਗਈਆਂ। ਕੋਵਿਡ ਦੇ ਨੰਬਰ ਤੇ ਲੋਕਾਂ ਨੂੰ ਹਲੇ ਹੋਈ ਜਾਂਦੇ, ਬਟ ਇਹਦੇ ਵਿੱਚ ਜੋ ਹੈਗਾ ਆ ਮੌਤਾਂ ਬਹੁਤ ਘੱਟ ਗਈਆਂ, ਕਿਉਂਕਿ ਵੈਕਸੀਨ ਨਾਲ ਇਮਿਊਨਿਟੀ ਬਣ ਗਈ ਆ ਅਤੇ ਉਹ ਕੋਵਿਡ ਨੂੰ ਜੋ ਹੈਗੀ ਆ ਲੜਦੀ ਆ ਔਰ ਪ੍ਰੀਵੈਂਟ ਕਰਦੀ ਕਿ ਤੁਹਾਡੀ ਮੌਤ ਨਾ ਹੋਵੇ। ਓਕੇ, ਸੋ ਹੋਰ ਕੀ ਕਹਿ ਸਕਦੇ ਹਾਂ ਕਿ ਕਿੰਨੀਆਂ ਵੈਕਸੀਨਾਂ ਲੱਗ ਗਈਆਂ ਇਹਨਾਂ ਦੇ। ਸੋ 43 ਜਾਂ 44 ਰਫਲੀ ਮਿਲੀਅਨ ਪੀਪਲ, ਸੋ 44 ਮਿਲੀਅਨ ਪੀਪਲ ਜੋ ਹੈਗੇ ਆ ਉਹਨਾਂ ਦੇ ਪਹਿਲਾ ਟੀਕਾ ਲੱਗ ਚੁੱਕਾ ਆ। 32 ਮਿਲੀਅਨ ਦੇ ਦੋਨੋਂ ਹੀ ਲੱਗ ਚੁੱਕੇ ਆ, ਫੁੱਲੀ ਵੈਕਸੀਨੇਟਿਡ ਹੋ ਗਏ ਆ। ਸੋ ਦੈਟਸ ਕੁਆਇਟ ਗੁੱਡ ਜੋ ਹੈਗਾ ਆ। ਜੋ ਇਹਨਾਂ ਦਾ ਆਰ ਨੰਬਰ ਆ ਸਾਦੇ ਆ, ਉਹ ਇਸ ਵੇਲੇ 1.2 ਤੋਂ 1.4 ਦੇ ਵਿਚਾਲੇ ਆ। ਆਰ ਨੰਬਰ ਕੀ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਆਰ ਨੰਬਰ ਹੁੰਦਾ ਜੀ ਕਿ ਇੱਕ ਬੰਦੇ ਤੋਂ ਗਾਹਾਂ ਕਿੰਨੇ ਬੰਦਿਆਂ ਨੂੰ ਕੋਵਿਡ ਹੁੰਦੀ ਆ। ਸੋ ਜੇ 1.2 ਜਾਂ 1.4 ਆ, 1.4 ਨੂੰ ਲੈ ਕੇ ਚੱਲੀਏ, ਇਹਦਾ ਮਤਲਬ ਜੇ 10 ਬੰਦਿਆਂ ਨੂੰ ਕੋਵਿਡ ਹੋ ਗਈ, ਉਹਨਾਂ ਤੋਂ 14 ਹੋਰਾਂ ਨੂੰ ਹੁੰਦੀ ਆ। ਸੋ ਇਹਨੂੰ ਜੋ ਸਾਡੇ ਆ ਰੀਪਰੋਡਕਸ਼ਨ ਨੰਬਰ ਹੁੰਦਾ ਆ ਕਿ ਗਾਹਾਂ ਕਿੰਨੀ ਹੁੰਦੀ ਆ। ਸੋ 10 ਬੰਦੇ ਗਾਹਾਂ 14 ਹੋਰ ਨੂੰ ਦਿੰਦੇ ਆ। ਇਹ ਜੇ 10 ਬੰਦੇ 10 ਤੋਂ ਘੱਟ ਹੋਏ ਤਾਂ ਇਹਨੂੰ ਸਹੀ ਮੰਨਦੇ ਆ ਕਿ ਹਾਂ ਬਈ ਇਹ ਕਾਬੂ 'ਚ ਆ ਗਈ ਕੋਵਿਡ। ਸੋ ਦੈਟਸ ਜੋ ਹੈਗੇ ਆ ਇਹਦਾ ਹੈਗਾ। ਜੋ ਡੈਲਟਾ ਵੇਰੀਐਂਟ ਜਿਹਨੂੰ ਹੁਣ ਸੱਦਦੇ ਆ, ਉਹ ਅੱਗੇ ਉਹਨੂੰ ਇੰਡੀਅਨ ਵੇਰੀਐਂਟ ਸੱਦਦੇ ਸੀਗੇ, ਪਰ ਥੋੜ੍ਹੇ ਆਬਜੈਕਸ਼ਨ ਹੋਏ ਸੀ, ਨਹੀਂ ਯਾਰ ਕਿ ਇੱਕ ਮੁਲਕ ਦੇ ਨਾਲ ਦੋਸ਼ ਦਿਓ। ਸੋ ਡੈਲਟਾ ਵੇਰੀਐਂਟ ਹੈਗਾ ਆ, ਉਹ ਵੱਧਦਾ ਜਾ ਰਿਹਾ। ਸੋ ਜਿਹੜਾ ਇੰਡੀਆ ਤੋਂ ਡੈਲਟਾ ਵੇਰੀਐਂਟ ਆਇਆ ਉਹ 46% ਇੱਕ ਵੀਕ 'ਚ ਵੱਧ ਗਿਆ ਹੈ। ਉਹਦੇ 35,000 ਕੇਸ ਨਿਕਲੇ ਹਫ਼ਤੇ ਦੇ ਵਿੱਚ। ਜਿੰਨੇ ਵੀ ਕੇਸ ਯੂਕੇ 'ਚ ਹੈਗੇ ਆ ਕੋਵਿਡ ਦੇ, 95% ਆਫ ਦਿਸ ਵੇਰੀਐਂਟ ਡੈਲਟਾ। ਉਹਨਾਂ 'ਚੋਂ 42 ਜੋ ਨਵੇਂ ਕੇਸ ਸੀਗੇ ਉਹ ਡੈਲਟਾ ਪਲੱਸ ਸੀ। ਹੁਣ ਤੁਸੀਂ ਕਹੋ ਡੈਲਟਾ ਕੀ ਹੈ, ਡੈਲਟਾ ਪਲੱਸ? ਡੈਲਟਾ ਹੈਗਾ ਉਹ ਜਿਹੜਾ ਇੰਡੀਆ ਤੋਂ, ਜਿਹਨੂੰ ਇੰਡੀਅਨ ਵੇਰੀਐਂਟ ਕਹਿੰਦਾ ਸੀ। ਡੈਲਟਾ ਪਲੱਸ ਹੈਗਾ ਜੀ, ਮੈਂ ਕੁਛ ਹੋਰ ਹੀ ਕਹਿਣ ਲੱਗਾ ਸੀ, ਪਰ ਉਹਦਾ ਰੱਖ ਲਓ ਕਿ ਤਾਏ ਚਾਚੇ ਦਾ ਪੁੱਤ, ਤਾਏ ਦਾ ਪੁੱਤ ਰੱਖੋ, ਕਿ ਉਹ ਐਕਚੁਅਲੀ ਜ਼ਿਆਦਾ ਛੇਤੀ ਵੱਧਦਾ ਆ ਡੈਲਟਾ ਪਲੱਸ ਜੋ ਹੈਗਾ ਆ। ਹਾਂ, ਸੋ ਉਹਦੇ ਕੇਸ ਵੀ ਹੈ ਚੁੱਕੇ ਆ ਜੀ। ਜੋ ਹੈਗੇ ਆ ਇਸ ਵੀਕ ਲੋਕਡਾਊਨ ਖੁੱਲ੍ਹਣਾ ਸੀਗਾ, ਸਾਨੂੰ ਪਤਾ ਹੈ ਕਿ 21 ਤਰੀਕ ਨੂੰ ਕਹਿੰਦੇ ਸੀ ਖੁੱਲ੍ਹਣਾ ਸੀਗਾ, ਲੇਕਿਨ ਪ੍ਰਾਈਮ ਮਿਨਿਸਟਰ ਜਿਹੜੇ ਆ ਉਹਨਾਂ ਨੇ ਕਿਹਾ ਸੀਗਾ ਜੀ 4 ਹਫ਼ਤਿਆਂ ਦਾ ਡਿਲੇ ਆਪਾਂ ਰੱਖਣਾ ਆ ਜੁਲਾਈ 19 ਤੱਕ, ਕਿਉਂਕਿ ਕੇਸ ਵੱਧ ਗਏ ਆ ਕਰੋਨਾ ਦੇ। ਸੋ ਮੌਤਾਂ ਤਾਂ ਸ਼ਾਇਦ ਨਹੀਂ ਵਧੀਆ ਹੋ ਗਈਆਂ, ਪਰ ਕੇਸ ਵੱਧ ਗਏ ਕਰੋਨਾ ਦੇ। ਤਾਂ ਓਬਵੀਅਸਲੀ ਜੇ ਕੇਸ ਵੱਧਦੇ ਆ ਤਾਂ ਫਿਰ ਮੌਤਾਂ ਵੀ ਜ਼ਿਆਦਾ
ਚਾਂਸ ਹੁੰਦਾ ਵਧਣ ਦੀਆਂ। ਸੋ ਇਹਨਾਂ ਨੇ ਇਹੀ ਕਿਹਾ ਕਿ ਜੀ ਫਿਰ 4 ਹਫ਼ਤੇ ਕਿਉਂ ਕੀਤਾ, ਫਿਰ 4 ਹਫ਼ਤਿਆਂ 'ਚ ਕਿਹੜਾ ਕੇਸ ਘੱਟ ਜਾਣੇ ਆ। ਇਹਨਾਂ ਨੇ ਕਿਹਾ 4 ਹਫ਼ਤੇ ਆਪਾਂ ਤਾਂ ਐਕਸਟਰਾ ਦਿੱਤੇ ਆ ਤਾਂ ਕਿ ਸਾਰੇ ਆਪਣੇ ਟੀਕੇ ਲਵਾ ਲੈਣ, ਜੋ ਵੈਕਸੀਨੇਸ਼ਨ ਜੋ ਹੈਗੀ ਆਪਣੀ ਕਰਾ ਲੈਣ। ਅਤੇ ਮੇਰੀ ਬੇਨਤੀ ਇਹੀ ਹੈ ਕਿ ਜੀ ਜਿੰਨੇ ਵੀ ਬਜ਼ੁਰਗ ਹੈਗੇ ਆ ਸਾਡੇ, ਕਿ ਤੁਸੀਂ ਤਾਂ ਜੀ ਲਵਾ ਲਓ, ਅਗਲੇ ਤਾਂ ਲੱਗ ਗਏ ਹੋਣੇ ਆ ਤਾਂ ਵਧਾਈਆਂ, ਬਟ ਜਿਨ੍ਹਾਂ ਦੇ ਨਹੀਂ ਲੱਗਿਆ ਤਾਂ ਤੁਸੀਂ ਆਪਣੇ ਲਵਾ ਲਓ ਜੋ ਹੈਗੇ ਵੈਕਸੀਨੇਸ਼ਨ, ਕਿਉਂਕਿ ਇਹ ਬਜ਼ੁਰਗਾਂ ਨੂੰ ਇਸ ਚੀਜ਼ ਦਾ ਜ਼ਿਆਦਾ ਖਤਰਾ ਹੈ ਕੋਵਿਡ ਤੋਂ, ਅਤੇ ਬਜ਼ੁਰਗ ਹੀ ਜ਼ਿਆਦਾ ਬਚ ਰਹੇ ਆ ਹੁਣ, ਕਿਉਂਕਿ ਜੋ ਇਹ ਵੈਕਸੀਨੇਸ਼ਨ ਹੈਗਾ ਆ ਇਹ ਨਹੀਂ ਕਹਿੰਦਾ ਕਿ ਇਹਦੇ ਨਾਲ ਕੋਵਿਡ ਹੁੰਦੀ ਨਹੀਂ, ਇਹਦੇ ਨਾਲ ਕੋਵਿਡ ਫਿਰ ਵੀ ਹੋ ਜਾਂਦੀ ਹੈ ਟੀਕਾ ਲੱਗੇ 'ਤੇ, ਬਟ ਇਹਦੇ ਨਾਲ ਤੁਹਾਡਾ ਬਚਾਅ ਹੋ ਜਾਂਦਾ, ਤੁਹਾਡੀ ਜਾਨ ਨਹੀਂ ਜਾਂਦੀ, ਕਿ ਤੁਹਾਡੇ 'ਚ ਸ਼ਕਤੀ ਪੈ ਜਾਂਦੀ ਕਿ ਕੋਵਿਡ ਨਾਲ ਲੜਨ ਲਈ। ਜਿੱਦਾਂ ਕਹਿੰਦੇ ਹੁੰਦੇ ਆ ਨਹੀਂ ਕਿ ਲੋਹੇ ਨੂੰ ਲੋਹਾ ਕੱਟਦਾ, ਇਹ ਉਹੀ ਲੋਹਾ ਤੁਹਾਡੇ ਵਿੱਚ ਪਾਉਂਦੇ ਆ ਤਾਂ ਕਿ ਇਹ ਗਾਹਾਂ ਜੋ ਕਰੋਨਾ ਦਾ ਲੋਹਾ ਉਹਨੂੰ ਕੱਟ ਸਕੇ। ਸੋ ਪਲੀਜ਼ ਆਪਣੀਆਂ ਜਾਨਾਂ ਬਚਾਓ। ਜੇ ਤੁਸੀਂ ਕਿਸੇ ਵਜ੍ਹਾ ਨਾਲ ਟੀਕਾ ਨਹੀਂ ਲਵਾਇਆ ਤਾਂ ਨਹੀਂ ਲਵਾਉਣਾ ਚਾਹੁੰਦੇ ਤਾਂ ਫਿਰ ਵੀ ਤੁਹਾਨੂੰ ਇਸ ਚੀਜ਼ ਦਾ ਖਿਆਲ ਹੋਣਾ ਚਾਹੀਦਾ ਕਿ ਜੀ ਕੋਵਿਡ ਹਲੇ ਹੈਗਾ ਆ। ਸੋ ਆਪਣਾ ਤੁਸੀਂ ਬਚਾਅ ਰੱਖਣਾ, ਮਾਸਕ ਪਾ ਕੇ ਰੱਖਣਾ, ਹੱਥ ਸਾਫ਼ ਰੱਖਣੇ ਆ, ਅਤੇ ਆਪਣੇ ਜੋ ਸਰਫਿਸਿਜ਼ ਆ ਉਹ ਸਾਫ਼ ਰੱਖਣੇ ਆ, ਕਿਉਂਕਿ ਹਲੇ ਕੋਵਿਡ ਗਿਆ ਨਹੀਂ, ਇਹ ਹੈਗਾ ਹੀ ਆ, ਔਰ ਇਹ ਸ਼ਾਇਦ ਸਦਾ ਲਈ ਰਹੇਗਾ, ਜਿੱਦਾਂ ਫਲੂ ਰਹਿੰਦਾ ਆ ਜਾਂ ਜਿੱਦਾਂ ਹੋਰ ਬਿਮਾਰੀਆਂ ਰਹਿੰਦੀਆਂ, ਜਿੱਦਾਂ ਹੇ ਫੀਵਰ ਰਹਿੰਦਾ ਵਗੈਰਾ। ਬਟ ਹੁਣ ਜਿੱਦਾਂ ਨਵੇਂ ਵੈਕਸੀਨਸ ਆ ਰਹੇ ਆ, ਨਵੇਂ ਤਰੀਕੇ ਆ ਰਹੇ ਆ, ਸੋ ਇਹ ਡਿਵੈਲਪ ਕਰ ਰਹੇ ਕਿ ਇਹਦੀ ਜਿੱਦਾਂ ਮਿਨੀਮਲਾਈਜ਼ ਕਿੱਦਾਂ ਕਰ ਸਕਦੇ ਆ। ਸੋ ਆਪਾਂ 19 ਜੁਲਾਈ ਨੂੰ ਕਹਿੰਦੇ ਸਾਰੀ ਜੋ ਹੈਗੀ ਰਿਸਟ੍ਰਿਕਸ਼ਨ ਉਠਾ ਦੇਣੇ ਹੈਗੇ ਆ, ਔਰ ਪ੍ਰਾਈਮ ਮਿਨਿਸਟਰ ਨੇ ਮੰਡੇ ਕਿਹਾ ਸੀ ਕਿ ਜੇ 19 ਜੁਲਾਈ ਲੱਗਦਾ ਕਿ ਠੀਕ ਆ, ਅਤੇ ਪਰ ਉਸ ਤੋਂ ਪਹਿਲਾਂ ਨਹੀਂ ਕੋਈ ਆਪਾਂ ਖੋਲਾਂਗੇ ਦੇਸ਼ ਨੂੰ। ਸੋ ਦਿਸ ਇਜ਼ ਜੋ ਹੈਗਾ ਆ ਕਿ ਇਸ ਵੇਲੇ ਜੋ ਹੈਗਾ ਆ ਕੋਵਿਡ ਦਾ ਸਿਚੁਏਸ਼ਨ ਜੋ ਹੈਗਾ ਇਹਦੇ ਵਿੱਚ। ਸੋ ਪਲੀਜ਼ ਆਪਣਾ ਧਿਆਨ ਰੱਖਣਾ। ਉਹੀ ਕਹਿੰਦੇ ਕਿ ਹੁਣ ਹਾਥੀ ਲੰਘ ਗਿਆ, ਪੂਛ ਰਹਿ ਗਈ, ਹੁਣ ਪੂਰਾ ਸਾਲ ਆਪਾਂ ਡੇਢ ਬਚਾ ਕੇ ਰੱਖਿਆ ਆਪਣੇ ਆਪ ਨੂੰ, ਤਾਂ ਐਵੇਂ ਹੁਣ ਲਾਪਰਵਾਹੀ ਕਰਕੇ ਹੁਣ ਆਪਣਾ ਕੰਮ ਖਰਾਬ ਕਰ ਲਾਂਗੇ ਤਾਂ ਬੜੀ ਅਫਸੋਸ ਵਾਲੀ ਗੱਲ ਆ। ਅਤੇ ਇਹ ਜੋ ਹੈਗੀ ਸਥਿਤੀ ਹੈਗੀ ਆ ਕੋਵਿਡ ਦੀ ਹੈਗੀ ਆ, ਇਸ ਵੇਲੇ ਰਿਸਟ੍ਰਿਕਸ਼ਨਸ ਹੈਗੇ ਆ। ਸੋ ਆਪਣਾ ਤੁਸੀਂ ਧਿਆਨ ਰੱਖਣਾ ਆ। 19 ਜੁਲਾਈ ਤੋਂ ਬਾਅਦ ਹੋਪਫੁਲੀ ਲਿਫਟ ਹੋਊਗੇ, ਪਰ ਫਿਰ ਵੀ ਜਦੋਂ ਲਿਫਟ ਹੋਊਗੇ ਇਹ ਨਾ ਸਮਝੋ ਕਿ ਜੀ ਕੋਵਿਡ ਚੱਲ ਗਈ ਤਾਂ ਲਿਫਟ ਹੋਇਆ। ਇਹ ਲਿਫਟ ਤਾਂ ਹੋਇਆ ਹੈ ਕਿਉਂਕਿ ਦੇਸ਼ ਹੁਣ ਇੱਦਾਂ ਚੱਲ ਨਹੀਂ ਸਕਦਾ ਜਿੱਦਾਂ ਚੱਲ ਰਿਹਾ। ਇਹਨਾਂ ਨੂੰ ਘਾਟਾ ਰੋਜ਼ ਦਾ ਪੈ ਰਿਹਾ, ਮਿਲੀਅਨਸ ਬਿਲੀਅਨਸ ਦੇ ਵਿੱਚ। ਕੰਪਨੀਆਂ ਬੰਦ ਹੋ ਰਹੀਆਂ। ਤੁਸੀਂ ਦੇਖਿਆ ਕਿ ਵੱਡੇ ਸ਼ਾਪ ਜਿਹੜੇ ਇੱਥੇ 100 ਸਾਲ ਦੇ 150 ਸਾਲ ਦੇ ਸੀਗੇ, ਡੈਬਨਮਸ ਵਰਗੇ, ਅਤੇ ਉਹ ਹੀ ਬੰਦ ਹੋ ਗਏ ਆ। ਸੋ ਬਹੁਤ ਇੱਥੇ ਜੋ ਹੈਗੇ ਆ, ਮੈਂ ਲੰਡਨ ਜਾ ਕੇ ਆਇਆ 2 ਹਫ਼ਤੇ ਪਹਿਲਾਂ, ਅਤੇ ਜੀ ਉਹ ਇੰਨੀਆਂ ਸ਼ਾਪਾਂ ਖਾਲੀ ਹੋਈਆਂ ਆ, ਵੱਡੇ ਸਟੋਰਸ। ਰੀਜਨ ਸਟਰੀਟ 'ਤੇ ਰੈਲਫ ਲੌਰਨ ਅਪੋਲੋ ਵਾਲਿਆਂ ਦੀ ਬਹੁਤ ਵੱਡੀ ਸਟੋਰ ਹੁੰਦੀ ਸੀ ਕੋਨੇ 'ਤੇ, ਉਹ ਬੰਦ ਹੋ ਗਈ, ਅਤੇ A&F ਵਾਲਿਆਂ ਦੀ ਉਹ ਬੰਦ ਹੋ ਗਈ। So there's big store. Debenhams ਬੰਦ ਹੋ ਗਈ on Oxford Street. That's been there for ages, since I was born, I think. You don't expect that to close. ਉਹ ਬੰਦ ਹੋ ਗਈ। ਸੋ ਆਪਾਂ ਇਹ ਜੋ ਹੈਗੀ ਆ ਖਿਆਲ ਰੱਖਣਾ ਜੀ ਇਸ ਚੀਜ਼ਾਂ ਦਾ। there's a lot of shops ਜੋ ਹੈਗੀਆਂ, stores, ਲੋਕਾਂ ਦੇ ਬਿਜ਼ਨਸਿਸ ਜੋ ਹੈਗੇ ਆ ਬੰਦ ਹੋ ਗਏ। ਬਟ ਹੋਪਫੁਲੀ ਜੁਲਾਈ 19 ਨੂੰ ਦੇਸ਼ ਖੁੱਲ੍ਹ ਜਾਣਾ, ਬਟ ਫਿਰ ਵੀ ਆਪਣਾ ਤੁਸੀਂ ਧਿਆਨ ਰੱਖਣਾ। ਖਾਸ ਤੌਰ 'ਤੇ ਮੈਂ ਆਪਣੇ ਬਜ਼ੁਰਗਾਂ ਨੂੰ ਕਹਿੰਦਾ ਹਾਂ, ਅਤੇ ਮੇਰੀਆਂ ਭੈਣਾਂ ਜੋ ਭਰਾ ਆ ਉਹਨਾਂ ਨੂੰ ਕਹਿੰਦਾ ਜਿਹੜੇ ਅਕਸਰ ਮਿਲਦੇ ਨੇ। ਦੇਖੋ ਜੀ, ਮੈਨੂੰ ਹੁਣ ਪੂਰਾ ਸਾਲ ਹੋ ਗਿਆ, ਡੇਢ, ਜਦ ਦਾ ਪਿਛਲੇ ਮਾਰਚ ਦਾ, ਜਦ ਦਾ ਮੈਂ ਇੰਡੀਆ ਤੋਂ ਆਇਆ 2020 'ਚ, ਪਿਛਲੇ ਮਾਰਚ ਤੋਂ ਜਦ ਦਾ ਮੈਂ ਆਇਆ, ਮੈਂ ਦੇਖਿਆ ਕਰੋਨਾ ਫੈਲਿਆ। ਮੈਂ ਤੁਹਾਨੂੰ ਹਰ ਹਫ਼ਤੇ ਲੱਗਾ ਹਾਂ ਕਿ ਬਚੋ, ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਕਿਸੇ ਦਾ ਵੀ ਘਰ ਕਿਸੇ ਜੀ ਤੋਂ ਬਿਨਾਂ ਹੋਵੇ। ਔਰ ਜਿਨ੍ਹਾਂ ਦੇ ਪੂਰੇ ਹੋਏ, ਜਿਹੜੇ ਲੋਕ ਕਹਿ ਕੇ ਕਹਿੰਦੇ ਕਿ ਨਹੀਂ ਇਹ ਤਾਂ ਐਵੇਂ ਹੀ ਆ, ਜੋ ਵੀ ਆ, ਜਿਨ੍ਹਾਂ ਦੇ ਗੁਜ਼ਰੇ ਆ ਨਾ ਕੋਵਿਡ ਵਿੱਚੋਂ, ਉਹ ਮੈਂ ਤੁਹਾਨੂੰ ਦਿਖਾ ਦਿੰਦਾ, ਮਿਲਾ ਦਿੰਦਾ। ਫਿਰ ਤੁਸੀਂ ਉਹਨਾਂ ਦੇ ਅੱਖਾਂ 'ਚ ਅੱਖ ਪਾ ਕੇ ਦੇਖੋ ਤਾਂ ਉਹਨਾਂ ਨੂੰ ਕਹੋ ਕਿ ਨਹੀਂ ਇਹ ਤਾਂ ਡਰਾਮਾ ਆ, ਨਹੀਂ ਕਹਿ ਪਾਓਗੇ। ਸੋ ਇਹ ਜੋ ਹੈਗਾ ਆ ਬਿਮਾਰੀ ਓਬਵੀਅਸਲੀ ਹੈਗੀ ਆ, ਆਪਾਂ ਬਚ ਕੇ ਰਹਿਣਾ ਹੈ। ਸੋ ਬਾਕੀ ਤੁਸੀਂ ਕਿਸੇ ਦੇ ਦਬਾਅ 'ਚ ਆ ਕੇ ਕੋਈ ਚੀਜ਼ ਨਹੀਂ ਹੋਣੀ। ਮੈਨੂੰ ਪਤਾ, ਮੈਨੂੰ ਕਈ ਸਿਆਣੇ ਮਿਲੇ ਕਿ ਸਾਨੂੰ ਨਿਆਣੇ ਟੀਕਾ ਨਹੀਂ ਲਵਾਉਣ ਦਿੰਦੇ। ਪਹਿਲੀ ਗੱਲ ਇਹ ਆਈ, ਤੁਸੀਂ ਇਹਨਾਂ ਨੂੰ ਜੰਮੇ, ਇਹ ਤੁਹਾਨੂੰ ਜੰਮੇ ਆ।
बाकी एवरीवन जो हैगा इस कंट्री विच इज़ इन चार्ज दे ओन लाइफ। ਤੁਹਾਡੀ ਆਪਣੀ ਡਿਸੀजन है, ਤੁਸੀਂ ਆਪ ਬਣਾ ਸਕਦੇ, ਕੋਈ ਤੁਹਾਨੂੰ ਕੰਪੈਲ ਨਹੀਂ ਕਰ ਸਕਦਾ। ਸੋ ਜੇ ਤੁਹਾਡੇ ਨਿਆਣਿਆਂ ਨੇ ਨਹੀਂ ਲਾਉਣੇ ਤਾਂ ਉਹਨਾਂ ਨੂੰ ਕਹੋ ਤੁਸੀਂ ਨਾ ਲਵਾਓ, ਪਰ ਸਾਨੂੰ ਤਾਂ ਲਵਾ ਲੈਣ ਦਿਓ। ਸੋ ਹਰ ਬੰਦੇ ਦੀ ਇਹਦੇ ਵਿੱਚ, ਹਰ ਵਿਅਕਤੀ ਦੀ ਇੰਡੀਵਿਜੂਅਲ ਚੋਇਸ ਹੈ ਜੋ ਹੈਗੇ ਆ। ਪਰ ਆਪਾਂ ਤਾਂ ਤੁਹਾਨੂੰ ਉਹੀ ਦੱਸਾਂਗੇ ਜੋ ਸਾਨੂੰ ਡਾਕਟਰ ਦੱਸ ਰਿਹਾ, ਜੋ ਆਪਾਂ ਦੇਖ ਰਹੇ ਹਾਂ ਜੀ, ਜੋ ਆਪਾਂ ਮੈਂ ਸੁਣੀ ਗੱਲ ਤਾਂ ਮੈਂ ਕਰਦਾ ਹੀ ਨਹੀਂ, ਮੈਂ ਤਾਂ ਦੇਖੀ ਗੱਲ ਜੋ ਹੈਗੀ ਆ ਉਹ ਤੁਹਾਨੂੰ ਦੱਸਦਾ ਹਾਂ। ਫੈਕਟਸ ਹਮੇਸ਼ਾ ਆਪਣਾ ਸ਼ੋਅ 'ਚ ਆਪਾਂ ਫੈਕਟ 'ਤੇ ਗੱਲ ਚੱਲੀ ਦੀ ਆ। ਆਪਾਂ ਜੇ ਇਫ ਬਟ ਮੇ ਬੀ ਝੂਠੀ ਉਮੀਦ ਤਾਂ ਤੁਹਾਨੂੰ ਨਾ ਕੋਈ ਝੂਠੀ ਖਬਰ ਦੇਈਦੀ ਆ। ਆਪਾਂ ਤਾਂ ਜੋ ਫੈਕਟ ਹੈਗਾ ਉਹ ਹੈ। ਕਿਉਂਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਪਲਾਨ ਕਰਨੀ ਹੁੰਦੀ ਹੈ ਨਾ, ਕਿਸੇ ਵੀ ਫੀਲਡ ਵਿੱਚ, ਕਿਸੇ ਵੀ ਸਟੇਜ 'ਤੇ ਆਪਣੀ ਲਾਈਫ ਪਲਾਨ ਕਰਨੀ ਹੁੰਦੀ, ਭਾਵੇਂ ਤੁਸੀਂ ਕੋਈ ਐਗਜ਼ਾਮ ਦੇਣਾ ਹੁੰਦਾ, ਭਾਵੇਂ ਤੁਸੀਂ ਨੌਕਰੀ ਦਾ ਇੰਟਰਵਿਊ ਦੇਣ ਜਾਣਾ, ਭਾਵੇਂ ਤੁਸੀਂ ਵਿਆਹ ਕਰਨਾ ਹੈ, ਭਾਵੇਂ ਤੁਸੀਂ ਬੱਚੇ ਕਰਨੇ ਆ, ਭਾਵੇਂ ਤੁਸੀਂ ਗਾਹਾਂ ਜਾ ਕੇ ਬਹੁਤ ਕੁਛ ਕਰਨਾ ਹੈ। ਈਵਨ ਜਦੋਂ ਤੁਸੀਂ ਛੱਡ ਛੜਈਆ ਕਰਨਾ ਜੇ, ਜਾਂ ਗਾਹਾਂ ਕਈ ਚੀਜ਼ਾਂ ਕਰਨੀਆਂ, ਪਾਰਟੀਆਂ ਪਲਾਨ ਕਰਨੀਆਂ, ਜੋ ਵੀ ਆ, ਤੁਹਾਨੂੰ ਪੂਰੀ ਪਿਕਚਰ ਦਾ ਪਤਾ ਹੋਊਗਾ ਰਿਐਲਿਟੀ ਦਾ, ਤਾਂ ਤੁਸੀਂ ਆਪਣੀ ਬੈਸਟ ਹਿਸਾਬ ਨਾਲ ਆਪਣੀ ਲਾਈਫ ਪਲਾਨ ਕਰ ਸਕੋਗੇ। ਜੇ ਸਾਡੇ ਦਿਮਾਗ 'ਚ ਭਰਿਆ ਹੀ ਸਦਾ ਝੂਠ ਆ ਤਾਂ ਨਾ ਕੋਈ ਪਲੈਨਿੰਗ ਹੋਣੀ ਜੀ। ਇੱਥੇ ਉਹ ਗੱਲ ਹੋਣੀ ਜਿੱਦਾਂ ਮੈਂ ਅਕਸਰ ਕਹਿੰਦਾ ਹੁੰਦਾ ਕਿ ਅੰਨਾ ਅੰਨੇ ਨੂੰ ਖਿੱਚੀ ਫਿਰਦਾ ਵੇ। ਫਿਰ ਜਿਹੜਾ ਉਹਦੇ ਵਿੱਚ ਆਪਾਂ ਖੁਦ ਹੀ ਅੰਨੇ ਬਣ ਜਾਂਦੇ ਹਾਂ ਤਾਂ ਸਾਨੂੰ ਫਿਰ ਰਸਤਾ ਨਹੀਂ ਦੀਦਾ, ਤਾਂ ਫਿਰ ਰਸਤਾ ਦੀਦਾ ਨਹੀਂ ਸਹੀ ਤਾਂ ਆਪਾਂ ਗਲਤ ਰਸਤੇ ਵੱਲ ਚੱਲ ਜਾਂਦੇ ਹਾਂ, ਤਾਂ ਫਿਰ ਉਹਦਾ ਅੰਜਾਮ ਜੋ ਹੁੰਦਾ ਮਾੜਾ ਹੀ ਹੁੰਦਾ। ਲੋਕਾਂ ਦੇ ਮੈਸੇਜ ਆ ਰਹੇ ਆ, ਦੇਖੋ ਜਿਨ੍ਹਾਂ ਨੇ ਵੀ ਮੈਸੇਜ ਦੇਣਾ ਆ ਜਾਂ ਬਰਥਡੇ ਵਿਸ਼ਿਜ਼ ਔਰ ਸ਼ਾਊਟ ਆਊਟਸ, then Facebook Messenger me, WhatsApp me, tweet me, but do it before 7:50 so I can read your message out. So ਇਹ ਤਾਂ ਸੀਗਾ ਜੀ ਜੋ ਹੈਗਾ ਕੋਵਿਡ ਦਾ ਸਿਚੁਏਸ਼ਨ ਜੋ ਹੋ ਰਿਹਾ ਹੈ। that ਇਹ ਦੱਸਣਾ ਜ਼ਰੂਰੀ ਹੈ ਜੀ, ਕਿ ਬਾਕੀ ਗੱਲਾਂ ਬਾਅਦ 'ਚ, ਪਰ ਪਹਿਲਾਂ ਆਪਾਂ ਇਹ ਚੀਜ਼ਾਂ ਕਲੀਅਰ ਕਰੂੰਗੇ ਤਾਂ ਹੀ ਠੀਕ ਹੋਊਗਾ। ਸੋ ਹੁਣ 1 ਜੁਲਾਈ ਆ ਰਹੀ ਹੈ ਜੀ। 1 ਜੁਲਾਈ ਨੂੰ ਕੀ ਹੋਣਾ? 1 ਜੁਲਾਈ ਨੂੰ ਜਿਹੜੇ ਸਟੂਡੈਂਟ ਪੜ੍ਹ ਰਹੇ ਆ ਜੀ, ਉਹਨਾਂ ਲਈ ਬਹੁਤ ਖੁਸ਼ੀ ਵਾਲਾ ਦਿਨ ਆ। ਹਾਂ, ਸੋ ਕੀ ਦਿਨ ਆ ਜੀ ਉਹਨਾਂ ਵਿੱਚ, ਕਿ ਉਹਨਾਂ ਨੂੰ ਹੁਣ ਕੀ ਕਰਨ ਲੱਗੇ ਆ? ਉਹਨਾਂ ਨੂੰ ਹੁਣ ਗੌਰਮੈਂਟ ਘਰ ਲੈ ਕੇ ਦੇਣ ਲੱਗੇ ਆ, ਲਾਟਰੀ ਕਢਾਉਣ ਲੱਗੇ? ਨਹੀਂ ਜੀ, ਉਹ ਅੱਗੇ ਜੋ ਹੁੰਦਾ ਸੀਗਾ, ਇੱਕ ਸਕੀਮ ਹੁੰਦੀ ਸੀ UK ਦੇ ਵਿੱਚ ਕਿ ਜੀ ਜਿਹੜਾ ਸਟੂਡੈਂਟ ਆਉਂਦਾ ਅਤੇ ਇੱਥੇ ਪੈਸੇ ਲਾਉਂਦਾ ਤਾਂ ਉਹਨੂੰ ਪੜ੍ਹ ਕੇ ਕੁਛ ਨਾ ਕੁਛ ਇਨਸੈਂਟਿਵ ਮਿਲਣਾ ਚਾਹੀਦਾ, ਤਾਂ ਕਿ ਬਾਅਦ 'ਚ ਉਹ ਆਪਣੇ ਥੋੜ੍ਹੀ ਲਾਈਫ ਦਾ ਕੁਛ ਪਲਾਨ ਕਰ ਸਕੇ ਜਾਂ ਆਪਣੀ ਫੀਸ ਰਿਕਵਰ ਕਰ ਸਕੇ। ਉਹਨੂੰ ਪੋਸਟ ਸਟੱਡੀ ਵਰਕ ਸੱਦੇ ਹੁੰਦੇ ਸੀ। ਉਹਦੇ ਅਬਿਊਜ਼ ਕਰਕੇ ਜਾਂ ਹੋਣ ਕਰਕੇ ਇਹਨਾਂ ਨੇ ਜੋ ਹੈਗਾ ਗੌਰਮੈਂਟ ਨੇ ਇੱਕ ਦਿਨ ਆਏ ਅਤੇ ਇਹਨਾਂ ਨੇ ਬੰਦ ਕਰ ਦਿੱਤਾ, ਦਿਹਾੜੀ 'ਚ ਰਾਤੋਂ ਰਾਤ ਹੀ ਬੰਦ ਕਰ ਦਿੱਤਾ ਪੋਸਟ ਸਟੱਡੀ ਵਰਕ, ਕਿ ਜੀ ਹੈ ਨਹੀਂ। ਇਹਦੇ ਵਿੱਚ ਇਹਨਾਂ ਦੀ ਜੋ ਪੋਲਿਸੀ ਰਹੀ ਆ ਹੁਣ ਪਿਛਲੇ 10 ਸਾਲ ਲਈ ਤਕਰੀਬਨ ਇਹਨਾਂ ਦੀ ਸਟੂਡੈਂਟਾਂ ਦੀ ਇਹ ਰਹੀ ਆ ਕਿ ਐਸ ਗੌਰਮੈਂਟ ਕਿ ਆਓ ਪੜ੍ਹੋ ਜਾਓ। ਸੋ ਇਹ ਕਿ ਤੁਸੀਂ ਪੜ੍ਹਾਈ ਲਈ ਆਏ ਆ, ਪੜ੍ਹ ਕੇ ਤੁਸੀਂ ਆਪਣੇ ਵਾਪਸ ਜਾਓ ਅਤੇ ਫਿਰ ਤੁਸੀਂ ਆਪਣਾ ਜੋ ਹੈਗਾ ਪਲੈਨਿੰਗ ਕਰੋ ਆਪਣੇ ਮੁਲਕ ਨੂੰ ਜਾ ਕੇ। ਇਹਦੇ ਵਿੱਚ ਜੋ ਇੱਥੇ ਦੇ ਯੂਨੀ ਸੀਗੇ, ਇਹਨਾਂ ਨੂੰ ਓਬਵੀਅਸਲੀ ਘਾਟਾ ਬਹੁਤ ਪੈ ਰਿਹਾ ਸੀਗਾ, ਕਿਉਂਕਿ ਜੋ ਫੋਰਨ ਸਟੂਡੈਂਟ ਸੀਗੇ ਉਹ ਹੋਰ ਮੁਲਕਾਂ ਨੇ ਫਿਰ ਅਟਰੈਕਟ ਕਰ ਲਏ। ਸੋ ਜਿੱਥੇ ਹੋਰ ਮੁਲਕਾਂ ਨੇ ਦੇਖਿਆ ਕਿ ਜੀ ਜਿੱਥੇ ਇੰਗਲੈਂਡ ਦਾ ਨੁਕਸਾਨ ਹੋ ਰਿਹਾ, ਅਸੀਂ ਆਪਣਾ ਫਾਇਦਾ ਕਰਾਈਏ। ਸੋ ਕੈਨੇਡਾ ਵਰਗੇ ਮੁਲਕਾਂ ਨੇ, ਆਸਟ੍ਰੇਲੀਆ ਵਰਗੇ ਮੁਲਕਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਅਤੇ ਆਪਣੀ ਹੋਰ ਸਕੀਮਸ ਇੰਟਰੋਡਿਊਸ ਕੀਤੀ। ਗਾਹਾਂ PR ਹੋਣ ਦੇ ਬਹੁਤ ਸੈਟਲਮੈਂਟਸ ਇੰਟਰੋਡਿਊਸ ਕੀਤੇ ਆ, ਤਾਂ ਕਿ ਜੋ ਹੈਗਾ ਆ ਸਟੂਡੈਂਟਸ ਨੂੰ ਉਹ ਅਟਰੈਕਟ ਕਰ ਸਕਣ। ਹੁਣ ਇੱਥੇ ਦੇ ਜੋ ਯੂਨੀਵਰਸਿਟੀਜ਼ ਹੈਗੇ ਆ, ਇਹਨਾਂ ਨੇ ਰੌਲਾ ਪਾਇਆ, ਕਾਫੀ ਗੌਰਮੈਂਟ ਨੂੰ ਲੌਬੀ ਕਰਦੇ ਆ। ਲੌਬੀ ਦਾ ਮਤਲਬ ਹੁੰਦਾ ਇਹ ਆਪਣੇ ਨੁਮਾਇੰਦੇ ਭੇਜਦੇ ਪਾਰਲੀਮੈਂਟ ਦੇ ਵਿੱਚ ਅਤੇ ਆਪਣੇ ਉਹ MPਆਂ ਨੂੰ ਕਹਿੰਦੇ ਆ ਕਿ ਜੀ ਆਹ ਦੇਖੋ ਸਾਡੇ ਹੱਕ ਦੀ ਗੱਲ ਕਰੋ ਤੁਸੀਂ, ਕਿ ਸਾਡੇ ਹੋ ਕੀ ਰਿਹਾ ਇਸ ਵੇਲੇ। ਸੋ ਇਹਦੇ ਵਿੱਚ ਇਹ ਹੋ ਰਿਹਾ ਜੀ ਕਿ ਯੂਨੀਅਨਾਂ ਦੇ ਦਬਾਅ ਥੱਲੇ ਆ ਕੇ ਗਵਰਨਮੈਂਟ ਨੇ ਇਹ ਸੋਚਿਆ ਜੀ ਕਿ ਆਪਾਂ ਚਾਹੁੰਦੇ ਕਿ ਜੋ ਇੱਥੇ ਸਟੂਡੈਂਟ ਆ ਉਹ ਜ਼ਿਆਦਾ ਆਉਣ, ਕਿਉਂਕਿ ਉਹ ਇੱਥੇ ਖਰਚਦੇ ਆ। ਇਹ ਨਹੀਂ ਇਹਨਾਂ ਨੂੰ ਚਾਅ ਆ ਜੀ ਕਿ ਸਟੂਡੈਂਟ ਬਹੁਤ ਵਧੀਆ ਹੈ ਜਾਂ ਇੱਥੇ ਇਹਨਾਂ ਨੂੰ ਲੋੜ ਹੈ ਇਸ ਵੇਲੇ। ਇਹਨਾਂ ਨੂੰ ਬਣਦੀ ਮਾਇਆ ਸਟੂਡੈਂਟਾਂ ਤੋਂ, ਯੂਨੀਅਨ ਨੂੰ। ਹਰ ਸਟੂਡੈਂਟ ਤੋਂ 15-15 ਹਜ਼ਾਰ ਪਾਉਂਡ ਬਣਦਾ ਇਹਨਾਂ ਨੂੰ। ਸੋ ਇਹ ਪਾਉਂਦੇ ਇਹ ਜੇਬ 'ਚ, ਉਹਦੇ ਨਾਲ ਚੱਲਦੇ ਯੂਨੀ, ਅਤੇ ਉਹਨਾਂ ਨੂੰ ਇਹਨਾਂ ਨੂੰ ਪ੍ਰੋਫਿਟ ਮਿਲਦਾ। ਅਤੇ ਹਰ ਜੋ ਹੈਗੇ ਇਹ ਹੈਗੇ ਬਿਜ਼ਨਸਿਸ, ਐਜੂਕੇਸ਼ਨਲ ਬਿਜ਼ਨਸਿਸ। ਸੋ ਇਹ ਜੋ ਹੈਗੇ ਆ ਇਹਨਾਂ ਨੇ ਸਕੀਮ ਇੰਟਰੋਡਿਊਸ ਕਰਨੀ ਆ 1 ਜੁਲਾਈ ਤੋਂ, ਜੋ ਕਿ ਹੈਗੀ ਗ੍ਰੈਜੂਏਟ ਸਕੀਮ, ਜੋ ਇਫੈਕਟਿਵਲੀ ਇੱਕ ਜਿਹੜੇ ਇੱਥੇ ਡਿਗਰੀ ਆਪਣੀ ਪੂਰੀ ਕਰੂਗੇ, ਪੂਰੀ ਦਾ ਮਤਲਬ ਜਿਹੜੇ ਪਾਸ ਕਰੂਗੇ। ਇਹ ਨਹੀਂ ਕਿ ਮੇਰੇ 2 ਪੇਪਰ ਰਹਿ ਗਏ, ਕਿ ਸਰ ਮੇਰੇ 2 ਪੇਪਰ ਰਹਿ ਗਏ ਮੈਨੂੰ ਮਿਲ ਜੂ PSW।
ਫਿਰ ਇਹਦਾ ਮਤਲਬ ਤੈਨੂੰ ਡਿਗਰੀ ਮਿਲੂ ਨਹੀਂ, ਡਿਗਰੀ ਤਾਂ ਮਿਲਣੀ ਨਹੀਂ। ਸੋ ਇਹ ਤਾਂ ਉਹ ਗੱਲ ਹੋ ਰਹੀ ਕਿ ਭਾਜੀ ਬਿਨਾਂ ਨਿਆਣੇ ਹੋਏ ਤੇ ਲੋਹੜੀ ਪੈ ਜੂ, ਪਾਈ ਜਾਓ ਜੀ, ਪਰ ਉਹਦਾ ਅਰਥ ਨਹੀਂ ਹੋਣਾ ਕੋਈ, ਅਤੇ ਉਹ ਅਸਲ ਵਿੱਚ ਲੋਹੜੀ ਨਹੀਂ ਹੋਣੀ। ਸੋ ਉਹ ਇਹ ਜਾਂ ਬਿਨਾਂ ਬੇਬੀ ਹੋਏ ਤੇ ਬੇਬੀ ਵਾਲਾ ਕੇਸ ਲੱਗ ਜੂ, ਜਾਂ ਬਿਨਾਂ ਵਿਆਹ ਹੋਏ ਤੇ ਸਪਾਊਸ ਕੇਸ ਲੱਗ ਜੂ। ਸੋ ਇੱਦਾਂ ਦੇ ਜੀ ਇਹ ਆ ਜੋ ਹੈਗੇ ਇਕੁਏਸ਼ਨਸ। ਬਟ ਜੇ ਹੁਣ ਤੁਸੀਂ ਐਸ ਸਮਰ, ਜੋ ਕਿ ਸਮਰ ਨੂੰ ਇਹ ਗਿਣਦੇ ਹੈਗੇ ਆ ਜੂਨ, ਜੁਲਾਈ, ਅਗਸਤ, ਇਹ ਜੋ ਹੈਗੇ ਆ ਮਹੀਨਿਆਂ ਦੇ ਵਿੱਚ ਤੁਹਾਨੂੰ ਡਿਗਰੀ ਤੁਹਾਡੀ ਮਿਲ ਰਹੀ ਆ, ਜਾਂ ਤੁਸੀਂ ਇਹ ਜੁਲਾਈ ਦੀ ਪਹਿਲੀ ਤੋਂ ਬਾਅਦ ਰੱਖ ਲਓ ਕਿ ਤੁਹਾਨੂੰ ਡਿਗਰੀ ਮਿਲ ਰਹੀ ਆ, ਅਤੇ ਤੁਸੀਂ ਅਪਲਾਈ ਕਰ ਸਕਦੇ ਆ 1 ਜੁਲਾਈ ਤੋਂ ਬਾਅਦ PSW ਦੇ ਲਈ। ਹੁਣ ਲੋਕ ਪੁੱਛਦੇ ਕਿ ਉਹ ਕਿੱਦਾਂ ਅਪਲਾਈ ਕਰੀਦਾ ਜੀ, ਉਹਦੇ ਲਈ ਫਿਰ ਕਿੱਦਾਂ ਅਪਲਾਈ ਕੀ ਕਰੀਦਾ, ਆ ਬੈਠਾ ਤੁਹਾਡਾ ਬੰਦਾ ਇੱਥੇ, ਆਪਾਂ ਆਹੀ ਕੰਮ ਕਰੀਦਾ। ਉਹਦੇ ਲਈ ਇਹਨਾਂ ਨੇ ਕੀ ਦੇਖਣਾ ਆ, ਇਹਨਾਂ ਨੇ ਦੇਖਣਾ ਹੈਗਾ ਜੀ ਕਿ ਤੁਸੀਂ ਡਿਗਰੀ ਆਪਣੀ ਕੀਤੀ ਹੋ ਅਤੇ ਤੁਸੀਂ ਅਟੈਂਡੈਂਸ ਤੁਹਾਡੀ ਹੋਵੇ ਸਹੀ। ਸੋ ਇਹ ਦੋ ਚੀਜ਼ਾਂ ਜੋ ਹੈਗੀਆਂ ਖਾਸ ਦਿਸਣੀਆਂ। ਬਾਕੀ ਜੋ ਇਹਨਾਂ ਦਾ ਗਾਈਡੈਂਸ ਹੈਗਾ ਆ ਉਹ ਜੁਲਾਈ ਪਹਿਲਾਂ ਨੂੰ ਨਿਕਲੂਗਾ, ਉਹ ਫਿਰ ਅਗਲੇ ਹਫਤੇ ਤੁਹਾਨੂੰ ਮੈਂ ਦੱਸੂਗਾ ਕਿ ਐਗਜ਼ੈਕਟਲੀ ਕੀ ਚਾਹੀਦਾ ਇਹਨਾਂ ਨੂੰ ਅਤੇ ਕੀ ਨਹੀਂ। ਸੋ ਉਹ ਤੁਸੀਂ ਜਦੋਂ ਵੀ ਤੁਹਾਡੀ ਡਿਗਰੀ ਆ ਗਈ ਤੁਸੀਂ ਅਪਲਾਈ ਕਰ ਸਕਦੇ ਆ ਇਹਦੇ ਵਿੱਚ। ਸੋ ਆ ਜੀ ਤੁਸੀਂ ਨੋਟ ਕਰਨਾ ਇਸ ਚੀਜ਼ ਦਾ ਜੋ ਹੈਗਾ ਇਹਦੇ ਸਕੀਮ ਦੇ ਵਿੱਚ ਕੀ ਕਰ ਸਕਦੇ ਕੀ ਨਹੀਂ। 2 ਸਾਲ ਦਾ ਖੁੱਲ੍ਹਾ ਵੀਜ਼ਾ ਆ ਜੀ, ਤੁਸੀਂ ਕਿਤੇ ਵੀ ਕੰਮ ਕਰ ਸਕਦੇ ਆ। ਸੋ ਕੋਈ ਇਹਦੇ 'ਚ ਬੰਦਿਸ਼ ਨਹੀਂ, ਕੋਈ ਘੰਟਿਆਂ ਦੀ ਬੰਦਿਸ਼ ਨਹੀਂ, ਉਹਦੇ ਵਿੱਚ ਤੁਸੀਂ ਕਰ ਸਕਦੇ। ਜੇ ਤੁਸੀਂ ਆਪਣੇ ਸਪਾਊਸ ਨਾਲ ਇੱਥੇ ਆਇਓ ਆਲਰੇਡੀ ਮੌਜੂਦਾ ਹੈਗੇ ਆ ਅਤੇ ਤੁਸੀਂ ਤੁਹਾਡਾ ਸਪਾਊਸ ਨੂੰ ਵੀ ਲੱਗੇਗਾ ਇਹ, ਤਾਂ ਉਹ ਵੀ ਦੱਬ ਕੇ ਕੰਮ ਕਰ ਸਕਦੇ ਆ 2 ਸਾਲਾਂ ਦੇ ਵਿੱਚ। ਇਹ ਇੱਕੋ ਵਾਰੀ ਲੱਗਦਾ ਜੀ, ਇਹ ਵੱਧਦਾ ਹੈ ਨਹੀਂ। ਬਟ ਸੋ ਇਹਦੇ ਵਿੱਚ ਏਮ ਇਹ ਹੋਣਾ ਚਾਹੀਦਾ ਕਿ ਆਪਾਂ ਇਹਦੇ ਵਿੱਚ ਕੰਮ ਲੱਭ ਕੇ ਕਿਤੇ ਜਿਨ੍ਹਾਂ ਕੋਲ ਸਪੋਂਸਰ ਲਾਇਸੈਂਸ ਹੈਗੇ ਲੋਕਾਂ ਕੋਲ, ਅਤੇ ਸਵਿਚਿੰਗ ਕਰ ਲਈਏ। ਸੋ ਇਹ ਜੀ ਜੋ ਹੈਗਾ ਸਵਿਚਿੰਗ ਹੋ ਜਾਵੇ ਅਤੇ ਉਹਦੇ ਵਿੱਚ ਆਪਾਂ ਵਰਕ ਪਰਮਿਟ ਵਿੱਚ ਆ ਜਾਣ, ਅਤੇ ਫਿਰ ਵਰਕ ਪਰਮਿਟ ਦੇ ਵਿੱਚ ਆਪਾਂ 5 ਸਾਲ ਰਹਿ ਕੇ ਅਤੇ ਆਪਾਂ ਪੱਕੇ ਹੋ ਸਕਦੇ ਹਾਂ। ਇਹਦੇ ਵਿੱਚ ਹੀ ਕੋਈ ਨਿਆਣੇ ਜਮਾਉਣ ਦੀ ਲੋੜ ਨਹੀਂ, ਕੋਈ ਵਿਆਹ ਕਰਨ ਦੀ ਲੋੜ ਨਹੀਂ, ਹੈ ਨਾ, ਕੋਈ ਤੁਹਾਨੂੰ ਆਪਣੇ ਕੋਈ ਜ਼ਿੰਦਗੀ ਖਰਾਬ ਕਰਨ ਦੀ ਲੋੜ ਨਹੀਂ, ਕੋਈ ਰੋਟੀਆਂ ਨਾਪੀਆਂ 'ਚ ਜ਼ਿੰਦਗੀ ਰੋਲਣ ਦੀ ਲੋੜ ਨਹੀਂ, ਕੋਈ ਤੁਹਾਨੂੰ ਛੋਟੇ ਬੱਚੇ ਜਮਾਉਣ ਦੀ ਲੋੜ ਨਹੀਂ ਵੀਜ਼ੇ ਦੀ ਆੜ ਵਿੱਚ, ਜਿਹਨੂੰ ਆਪਾਂ ਪਿਆਰ ਨਾਲ ਛੋਟੇ ਵੀਜ਼ੇ ਕਹਿ ਦਈਦੇ ਆ, ਉਹ ਜਮਾਉਣ ਦੀ ਲੋੜ ਨਹੀਂ। ਹਾਂ ਹੁਣ ਤੁਹਾਨੂੰ ਲੱਗਣਾ ਤਾਂ ਮਾੜੀ ਆ ਇਹ ਗੱਲ, ਪਰ ਕਰਦੇ ਤੁਸੀਂ ਆ, ਉਹ ਕਰਦੇ ਨਹੀਂ ਤੁਹਾਨੂੰ ਮਾੜੇ ਲੱਗਦੇ, ਜਿਹੜਾ ਕਹਿੰਦਾ ਉਹ ਮਾੜਾ ਲੱਗਦਾ ਕਿ ਉਹ ਤੁਹਾਨੂੰ ਸੱਚ ਜੀ ਦੱਸ ਰਿਹਾ, ਬਟ ਗੱਲ ਤਾਂ ਸੱਚਾਈ ਹੈ ਨਾ। ਇਹ ਪ੍ਰੇਮ ਪ੍ਰਤੀ ਤਾਂ ਬੱਚੇ ਜੋ ਹੁੰਦੇ ਪੈਦਾ ਹੁੰਦੇ ਨਹੀਂ, ਇਹ ਤਾਂ ਇੱਕ ਵਜ੍ਹਾ ਲਈ ਹੁੰਦੇ ਆ। ਉਹ ਤੁਸੀਂ ਗਿਣ ਕੇ ਹਿਸਾਬ ਲਾਉਂਦੇ ਹੁੰਦੇ ਕਿ ਸਾਲ ਲੱਗਣਾ ਜਮਾਉਣ ਨੂੰ, ਅਗਲੇ ਤਾਂ ਉਹ ਵੀ ਤੁਸੀਂ ਕੱਟ ਦਿੰਦੇ ਭਾਈ 7 ਸਾਲਾਂ ਬਾਅਦ ਫਿਰ ਆਪਾਂ ਵੀਜ਼ਾ ਮਿਲ ਜੂਗਾ, ਹੈ ਨਾ। ਮੈਂ ਕਿਹਾ ਸਾਲ ਲੱਗਦਾ ਵੀ ਆ ਜਮਾਉਣ ਨੂੰ, ਜਿੱਥੇ ਤੱਕ ਮੇਰਾ ਐਕਸਪੀਰੀਅੰਸ ਆ, ਅਤੇ ਸਾਡੇ ਵੀ 2 ਹੋਏ ਆ, ਸਾਲ ਤਾਂ ਲੱਗੇ ਹੀ ਗਿਆ, ਤਕਰੀਬਨ 9 ਮਹੀਨੇ ਤਾਂ ਲੱਗਦਾ ਹੀ ਆ। ਇਹ ਤਾਂ ਹੈ ਨਹੀਂ ਕਿ ਬੁੱਧਵਾਰ ਨੂੰ ਇੰਜੋਏ ਕੀਤਾ ਤਾਂ ਫਰਾਈਡੇ ਨੂੰ ਤੁਹਾਡਾ ਬੇਬੀ ਆ ਜਾਂਦਾ। ਨਹੀਂ ਕਹਿੰਦੇ ਉਹ ਅੱਛਾ ਉਹ ਆਪਾਂ ਸਾਨੂੰ ਚੇਤਾ ਨਹੀਂ ਰਿਹਾ। ਮੈਂ ਕਿਹਾ ਹਾਂ ਉਹ ਚੇਤਾ ਨਹੀਂ ਰਹਿਣਾ, ਉਹ ਕਿਉਂਕਿ ਉਹ ਔਰਤਾਂ ਨੂੰ ਚੇਤਾ ਰਹਿੰਦਾ ਜਿਹੜਾ ਕਸ਼ਟ ਉਹ ਉਠਾਉਂਦੀਆਂ ਵਿਚਾਰੀਆਂ। ਸੋ ਉਹ ਆਪਾਂ 8 ਸਾਲ ਹੀ ਲਾ ਲੈਂਦੇ ਹਾਂ, ਸੋ ਉਹ ਆਪਾਂ ਨੂੰ ਕਰਨ ਦੀ ਲੋੜ ਹੈ ਨਹੀਂ। ਸੋ ਸਟੂਡੈਂਟ ਜਿਹੜਾ ਅਕਲਮੰਦ ਆ ਜੀ, ਉਹਨੂੰ ਚਾਹੀਦਾ ਹੈ ਕਿ ਆਪਾਂ ਆਪਣੀ ਡਿਗਰੀ ਪੂਰੀ ਕਰੀਏ, ਆਪਣਾ PSW ਜਾਂ ਗ੍ਰੈਜੂਏਟ ਸਕੀਮ ਵਾਲਾ ਵੀਜ਼ਾ 2 ਸਾਲ ਦਾ ਲਵਾਈਏ, ਤਾਂ ਆਪਾਂ ਉੱਥੇ ਜੋਬ ਕਰੀਏ ਜਿਹਨਾਂ ਕੋਲ ਸਪੋਂਸਰ ਲਾਇਸੈਂਸ ਹੋਵੇ, ਤਾਂ ਇਮਾਨਦਾਰੀ ਨਾਲ ਕੰਮ ਕਰਕੇ ਫਿਰ ਆਪਾਂ ਇਹ ਉਹਨਾਂ ਨੂੰ ਕਹੀਏ ਕਿ ਜੀ ਸਾਨੂੰ ਵਰਕ ਪਰਮਿਟ ਹੀ ਤੁਸੀਂ ਦਵਾ ਦਿਓ। ਜੇ ਅਗਲਾ ਤੁਹਾਡੇ ਕੰਮ 'ਤੇ ਖੁਸ਼ ਆ ਅਤੇ ਤੁਸੀਂ ਕੰਮ ਇਮਾਨਦਾਰੀ ਨਾਲ ਕਰਦੇ ਤਾਂ ਅਗਲਾ ਕਿਉਂ ਨਾ ਦਿਓ ਤੁਹਾਨੂੰ ਵਰਕ ਪਰਮਿਟ। ਹਾਲੇ ਵੀ ਲੋਕਾਂ ਦੇ ਮਨ 'ਚ ਹੇਰਾ ਫੇਰੀ ਚੱਲਦੀ ਹੈ ਕਿ ਨਹੀਂ ਭਾਅ ਜੀ ਲੈ ਦੇ ਕੇ ਕਿੱਦਾਂ ਹੋ ਜੂ। ਅਤੇ ਮੈਂ ਕਿਹਾ ਪਹਿਲਾਂ ਤਾਂ ਵਰਕ ਪਰਮਿਟ ਦੇ ਵਿੱਚ ਘੱਟੋ ਘੱਟ ਇੰਪਲੋਇਰ ਨੂੰ 26,000 ਸੈਲਰੀ 1 ਸਾਲ ਦੀ ਦੇਣੀ ਪੈਂਦੀ ਆ, ਉਹ 5 ਸਾਲ ਦੀ ਦੇਣੀ ਪੈਣੀ ਆ। 1.25 ਲੱਖ ਪਾਉਂਡ ਅਗਲਾ ਕਿਉਂ ਤੁਹਾਨੂੰ ਦਿਓ, ਨਾਲੇ ਟੈਕਸ ਭਰੂ, ਨਾਲੇ ਜ਼ਿੰਮੇਵਾਰੀ ਲਊ ਤੁਹਾਡੀ, ਨਾਲੇ ਫਿਰ ਹੋਰ ਕਿਤੇ ਕੰਮ ਨਹੀਂ ਕਰ ਸਕਦੇ। ਹੁਣ ਜੇ ਮੇਰੇ ਨਾਲ ਕਿਸੇ ਨੇ ਸੌਦਾ ਕਰਨਾ ਹੋਵੇ ਜਾਂ ਤੁਸੀਂ ਕਿਸੇ ਤੋਂ ਉਧਾਰੇ ਮੰਗਣੇ ਕੰਪਨੀ ਤੋਂ 1.25 ਲੱਖ ਪਾਉਂਡ, ਤਾਂ ਅਗਲੇ ਨੇ 2.5 ਲੱਖ ਮੁੜ ਕੇ ਲੈਣੇ, ਤਾਂ ਹੀ ਤੁਹਾਨੂੰ 1.25 ਲੱਖ ਤੁਹਾਨੂੰ ਦਊਗਾ। ਇਹ ਤਾਂ ਹੈ ਨਹੀਂ ਕਿ ਤੁਹਾਡੇ 5-6 ਹਜ਼ਾਰ ਪਾਉਂਡ ਨਾਲ
ਦੇ ਦੂਗਾ। ਜਾਂ ਫਿਰ ਤੁਸੀਂ ਬੜੇ ਸਟਾਈਲ ਨਾਲ ਕਿਸੇ ਦੇ ਦਫ਼ਤਰ ਜਾ ਕੇ ਕਹੋਗੇ ਜਾਂ ਕਿਸੇ ਫੈਕਟਰੀ 'ਚ ਮੈਨੂੰ ਵਰਕ ਪਰਮਿਟ ਚਾਹੀਦਾ, ਅਗਲੇ ਤਾਂ ਹੱਸੂਗੇ। ਬਹੁਤਿਆਂ ਨਾਲ ਹੋਏ ਆ। ਸੋ ਲੋਕ ਜੀ ਜਿਹਨਾਂ ਕੋਲ ਲਾਇਸੈਂਸ ਹੈ ਉਹਨਾਂ ਕੋਲ ਜਾ ਕੇ ਜੀ ਵਰਕ ਪਰਮਿਟ ਲਵਾਉਣਾ, ਤਾਂ ਅਗਲੇ ਇੰਨਾ ਹੱਸੇ ਉਹਨਾਂ ਨਾਲ, ਨਾਲੇ 4 ਕੁ ਗਾਲਾਂ ਕੱਢੀਆਂ, ਨਾਲੇ ਉਹਨਾਂ ਨੇ ਕਿਹਾ ਜਾ ਬਈ ਭਰਾਵਾ ਤੁਰਦਾ ਬਣ। ਅਗਲਾ ਕਿਉਂ ਕਰੇਗਾ? ਸੋ ਆਪਾਂ ਆਪਣਾ ਮਾਈਂਡ ਸੈੱਟ ਕਰਨਾ ਕਿ ਆਪਾਂ ਮਿਹਨਤ ਨਾਲ ਕੰਮ ਕਰਨਾ ਐਂਡ ਆਲਸੋ ਤਾਂ ਕਿ ਕੋਈ ਤੁਹਾਨੂੰ ਵਰਕ ਪਰਮਿਟ ਦੇਊਗਾ। ਸੋ ਚਾਂਸਿਸ ਹੈਗੇ ਆ ਬਹੁਤ। ਹੋਰ ਵਕੀਲ ਮੈਂ ਦੇਖਿਆ ਆ ਜਿਹੜੇ ਲੋਕਾਂ ਨੂੰ ਝੂਠੀ ਆਸ ਦੇ ਰਹੇ ਆ, ਉਹ ਵਰਕ ਪਰਮਿਟ ਦੀ ਨਿਖੇਧੀ ਕਰੀ ਜਾਂਦੇ। ਉਹ ਕਹੀ ਜਾਂਦੇ ਨਹੀਂ ਇਹ ਕਿੱਥੋਂ ਲੱਗਣੇ ਆ ਅਤੇ ਕਿੱਥੋਂ ਹੋਣੇ ਆ ਜੀ, ਆ ਲਾਇਸੈਂਸ ਨਹੀਂ ਮਿਲਦੇ, ਫਲਾਨਾ ਨਹੀਂ ਮਿਲਦੇ। ਉਹਨਾਂ ਦਾ ਜਵਾਬ ਵੀ ਮੈਂ ਦਊਂਗਾ। ਮੈਂ ਲੈ ਕੇ ਆਇਆ ਨਾਲ ਜਿਨ੍ਹਾਂ ਦੇ ਲੱਗੇ ਆ, ਜਿਹੜੇ ਲਾਇਸੈਂਸ ਆਏ ਹੋ ਆ ਲੋਕਾਂ ਦੇ, ਉਹ ਆਪਾਂ ਕਰ ਰਹੇ ਹਾਂ। ਆਪਾਂ ਤਾਂ ਜਨਵਰੀ ਦੇ ਕਰ ਚੁੱਕੇ ਹਾਂ। ਮੇਰਾ ਖਿਆਲ 250 ਦਾ ਵਰਕ ਪਰਮਿਟ ਲਵਾ ਚੁੱਕਾ ਮੈਂ ਇਕੱਲਾ ਹੀ, ਜੋ ਆਪਾਂ ਇਕੱਲਾ ਹੀ ਆ। ਉਹ ਖਾਸ ਤੌਰ 'ਤੇ ਉਹ ਕੁੜੀਆਂ ਦਾ ਜਿਹੜੇ ਕੇਅਰ ਹੋਮ ਵਿੱਚ ਕੰਮ ਕਰਦੀਆਂ, ਉਹ ਤਾਂ ਆਲਰੇਡੀ ਸਵਿਚ ਕਰ ਗਈਆਂ, ਪਰ ਉਹ ਰੌਲਾ ਨਹੀਂ ਪਾਉਂਦੀਆਂ। ਸੋ ਉਹ ਨਹੀਂ ਰੌਲਾ ਪਾਉਂਦੀਆਂ ਜੀ, ਉਹ ਚੁੱਪ ਕਰਕੇ ਆਪਣਾ ਸਵਿਚਿੰਗ ਕਰਾ ਕੇ ਵਧੀਆ ਉਹ ਆਪਣੇ ਹੁਣ ਮਰਜ਼ੀ ਨਾਲ ਗਈਆਂ। ਪੜ੍ਹਾਈ ਛੱਡਤੀ ਹੁਣ ਉਹਨਾਂ ਨੇ, ਕਿਉਂ ਲੋੜ ਹੀ ਨਹੀਂ ਜੇ ਤੁਸੀਂ ਸਾਡੇ ਕੋਲ ਵਰਕ ਪਰਮਿਟ ਆ, ਨਾ ਫੀਸ ਭਰਨ ਦੀ ਫਿਰ ਜ਼ਿਆਦਾ ਤੁਹਾਨੂੰ ਹਰ ਸਾਲ ਲੋੜ ਆ। ਉਹ ਹੁਣ ਆਪਣੀ ਮਰਜ਼ੀ ਨਾਲ ਵਿਆਹ ਕਰਕੇ ਆਈਆਂ ਇੰਡੀਆ, ਆਪਣੇ ਬੋਏਫਰੈਂਡਾਂ ਨਾਲ ਜੋ ਵੀ ਆ, ਅਤੇ ਇੱਥੇ ਕਿਸੇ ਨਾਲ ਵਿਆਹ ਕਰਨ ਦੀ ਲੋੜ ਨਹੀਂ, ਧੋਖਾ ਕਰਨ ਦੀ ਲੋੜ ਨਹੀਂ, ਸੱਸਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ, ਨਾ ਝੂਠੇ ਮੂਠੇ ਇੱਦਾਂ ਜੀ ਨਹੀਂ ਜੀ ਬਹੁਤ ਚੰਗੀ ਹੈ ਮੇਰੀ ਸੱਸ, ਬਹੁਤ ਚੰਗੀ ਹੈ ਮੇਰੀ ਸੱਸ, ਭਾਵੇਂ ਗਿੱਟੇ ਹੀ ਭੰਨੇ ਰੋਜ਼। ਹਾਂ ਅਤੇ ਹਾਂਜੀ, ਤਾਂ ਉਹ ਚੀਜ਼ ਦੀ ਲੋੜ ਹੈ ਨਹੀਂ। ਮਰਜ਼ੀ ਨਾਲ ਵਿਆਹ ਕਰਕੇ ਆਈਆਂ, ਤਾਂ ਮੁੰਡੇ ਵੀ ਲੱਗੇ ਉਹ ਕੰਮ 'ਤੇ ਹੁਣ ਫੁੱਲ ਟਾਈਮ। ਉਹ ਹੁਣ ਨਾ ਉਹਨਾਂ ਨੂੰ ਕੋਈ ਨਿਆਣੇ ਦੀ ਬਣਾਉਣ ਦੀ ਰੇਸ ਹੈ ਜੀ, ਉਹਨਾਂ ਨੇ ਆਪਣੇ ਮੁਤਾਬਕ ਨਾਲ ਕੰਮ ਕਰਕੇ ਘਰ ਲੈਣੇ ਆ, ਜ਼ਿੰਦਗੀ ਸੈੱਟ ਕਰਕੇ ਆਪਣੀ ਲਾਈਫ ਆਪੇ ਹੀ ਸ਼ੁਰੂ ਕਰੋਗੇ। ਇਹਨੂੰ ਕਹਿੰਦੇ ਅਕਲਮੰਦੀ। ਬਾਕੀ ਗੱਲ ਕਹਿੰਦੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਕੋਈ ਗੱਲ ਨਹੀਂ, ਐਂਟਰੀ ਮਾਰ ਲਓ ਜੀ, ਅਤੇ ਲੈਕਚਰ ਲਾਉਣ ਦੀ ਲੋੜ ਨਹੀਂ, ਅਤੇ ਨਿਆਣੇ ਕਰੋ ਜੀ, ਨਿਆਣੇ ਜਮਾਓ, ਨਿਆਣੇ ਜਮਾਓ, ਨਿਆਣੇ ਜਮਾਓ। ਇਹ ਸਲਾਹ ਜ਼ਿਆਦਾ ਉਹੀ ਦਿੰਦੇ ਆ ਜਿਹੜੇ ਖੁਦ ਕੱਚੇ ਹੁੰਦੇ ਆ। ਮਾਫ਼ ਕਰਿਓ ਪਰ ਗੱਲ ਇਹੀ ਹੁੰਦੀ ਆ। ਉਹੀ ਅੰਨੇ ਨੂੰ ਅੰਨੇ ਵਾਲੀ ਗੱਲ ਹੁੰਦੀ ਆ। ਇਹਦਾ ਮੈਂ ਹੋਰ ਉਦਾਹਰਨ ਤੁਹਾਨੂੰ ਦੇ ਦਿੰਦਾ। ਇੱਕ ਬੰਦਾ ਜੇ ਖੂਹ 'ਚ ਡੁੱਬਦਾ ਹੋਵੇ ਜਾਂ ਨਹਿਰ 'ਚ ਡੁੱਬਦਾ ਹੋਵੇ, ਤਾਂ ਕੋਈ ਉਹਨੂੰ ਹੱਥ ਫੜਾਵੇ, ਤਾਂ ਉਹਦਾ ਫਰਜ਼ ਤਾਂ ਇਹ ਹੋਣਾ ਚਾਹੀਦਾ ਕਿ ਜੀ ਉਹਦੀ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਕਿ ਮੈਂ ਉਹਦਾ ਹੱਥ ਫੜ ਕੇ ਨਹਿਰ 'ਚੋਂ ਨਿਕਲਾਂ। ਇੱਥੇ ਕੀ ਹੁੰਦਾ ਜੀ ਕਿ ਉਹ ਜਿਹੜਾ ਖੂਹ 'ਚ ਜਾਂ ਨਹਿਰ 'ਚ ਡੁੱਬਦਾ ਹੁੰਦਾ ਨਾ, ਉਹ ਹੱਥ ਫੜ ਕੇ ਦੂਏ ਨੂੰ ਵੀ ਖਿੱਚ ਲੈਂਦਾ ਕਿ ਮੈਂ ਤਾਂ ਮਰਦਾ, ਤੂੰ ਹੀ ਮਰ ਮੇਰੇ ਨਾਲ। ਤਾਂ ਜਿਨ ਮਦਦ ਕੀਤੀ ਹੁੰਦੀ ਉਹ ਹੱਥ ਫੜਾਇਆ ਹੁੰਦਾ ਮੂਹਰੇ, ਉਹ ਕਹਿੰਦਾ ਯਾਰ ਮੈਂ ਵੀ ਉਹ ਆ ਤਾਂ ਚੰਗਾ, ਮੈਂ ਹੱਥ ਫੜਾਇਆ, ਮੈਨੂੰ ਤਾਂ ਵਿੱਚ ਹੀ ਆਪਣੇ ਨਾਲ ਵੀ ਮਾੜਾ ਹਾਲ ਬਣਾਤਾ। ਇਹਦਾ ਐਗਜ਼ਾਮਪਲ ਇਹ ਆ, ਜਿਹੜੇ ਮੁੰਡੇ ਇੱਥੇ ਕੱਚੇ ਸੀਗੇ ਅਤੇ ਉਹ ਇਹ ਸੋਚਦੇ ਸੀ ਕਿ ਜੀ ਸਾਡੇ ਇੱਥੇ ਦੀ ਕੁੜੀਆਂ ਨਾਲ ਵਿਆਹ ਨਹੀਂ ਹੋਣੇ ਅਤੇ ਆਪਾਂ ਕੀ ਕਰੀਏ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਆਪਾਂ ਇੰਡੀਆ ਦੀ ਕੁੜੀਆਂ ਨਾਲ ਮਦਦ ਲੈ ਕੇ ਵੀਜ਼ਾ ਲਵਾਈਏ। ਉਹਨਾਂ ਨੇ ਇਹ ਸੋਚਿਆ ਕਿ ਕੁੜੀਆਂ ਮੰਗਾ ਲੈਂਦੇ ਜੀ। ਸੋ ਬਹੁਤ ਮੇਰੇ ਫੌਜੀ ਵੀਰਾਂ ਨੇ ਕੁੜੀਆਂ ਮੰਗਾ ਲਈਆਂ ਇੱਥੇ, ਸਟੂਡੈਂਟ, ਉਹਨਾਂ ਨੂੰ ਪੜ੍ਹਾਈ ਤੱਕ ਤੋਂ ਫਿਨਿਸ਼ਡ, ਮਹੀਨੇ ਦੇ ਵਿੱਚ ਪ੍ਰੈਗਨੈਂਟ। ਕੁੜੀ ਵਿਚਾਰੀ MA ਕਰਕੇ ਆਈ ਜਾਂ BA ਕਰਕੇ ਆਈ, ਉਹਦੇ ਪੱਲੇ ਕੀ ਪਿਆ ਜੀ? ਬੱਚਾ। ਰੋਟੀਆਂ ਨਾਪੀਆਂ, ਰੋਟੀਆਂ ਨਾਪੀਆਂ। ਉਹਦੀ ਲਾਈਫ ਤਾਂ ਤਕਰੀਬਨ 5 ਸਾਲ ਦੀ ਫਿਨਿਸ਼ ਹੈ ਜੀ। ਉਹ ਨਾ ਪੜ੍ਹੀ ਨਾ ਵਾਸਤਾ ਜੀ, ਕਿ ਉਹ ਬਸ ਨਿਆਣੇ ਜਮਾਓ ਤਾਂ ਪਾਲੋ ਤਾਂ ਫਿਰ ਹੋ ਜਾਓਗੇ, ਕੋਈ ਗੱਲ ਨਹੀਂ ਪੱਕੇ। ਤਾਂ ਤੁਸੀਂ ਕਹੋਗੇ ਭਾਜੀ ਫਿਰ ਹੋਰ ਕੀ ਕਰਦੇ, ਕੀ ਮਜਬੂਰ, ਕੀ ਹੋਰ ਕੀ ਕਰਦੇ, ਤੂੰ ਹੀ ਦੱਸ ਦੇ। ਮੈਂ ਦੱਸ ਦਿੰਦਾ ਕੀ ਕਰਦੇ ਤੁਸੀਂ, ਪਰ ਤੁਸੀਂ ਉੱਧਰ ਨੂੰ ਗਏ ਹੀ ਨਹੀਂ, ਕਿਉਂਕਿ ਆਹ ਨਹੀਂ ਯੂਜ਼ ਕੀਤਾ। ਜਿਹੜੀ ਤੁਸੀਂ 15,000 ਪਾਉਂਡ ਦੇ ਕੇ ਕੁੜੀਆਂ ਨੂੰ ਇੱਥੇ ਮੰਗਾ ਕੇ ਉਹਨਾਂ ਨੂੰ ਬੇਬੀ ਮੇਕਿੰਗ ਮਸ਼ੀਨ ਬਣਾਇਆ, ਤੁਸੀਂ ਉਹ ਕੁੜੀਆਂ ਨੂੰ ਭੇਜਦੇ ਕੈਨੇਡਾ। ਤੁਸੀਂ ਆਪ ਜਾਂਦੇ ਇੰਡੀਆ, ਤੁਸੀਂ ਵਿਆਹ ਕਰਕੇ ਉਹਨਾਂ ਨਾਲ ਕੈਨੇਡਾ ਜਾਂਦੇ। ਕੁੜੀ ਕੋ ਵੀਜ਼ਾ, ਤੁਹਾਡੇ ਕੋ ਵੀ ਵੀਜ਼ਾ। ਕਿਉਂ ਇੱਥੇ ਜੇ ਕੁੜੀ ਕੁੜੀ ਸਟੂਡੈਂਟ ਆ ਵੀ ਗਈ ਤਾਂ ਤੁਸੀਂ ਬੇਬੀ ਕਰ ਵੀ ਲਿਆ, ਤਾਂ 60-60 ਸਾਲ ਤੱਕ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਉਹ ਤਾਂ ਤੁਸੀਂ ਕਿ ਮੈਂ ਵੀ ਕੱਚਾ, ਤੂੰ ਵੀ ਕੱਚੀ, ਬੱਚਾ ਵੀ ਕੱਚਾ, ਕੱਚਾ ਪਲੱਸ ਕੱਚਾ ਇਕੁਅਲ ਬੱਚਾ ਇਕੁਅਲ ਉਹ ਵੀ ਕੱਚਾ। ਰਿਮੈਂਬਰ ਆ ਨਾ ਫਾਰਮੂਲਾ। ਹੁਣ ਤਾਂ ਆਪਾਂ ਫਿਲਮ ਵਿੱਚ ਵੀ ਜੱਟ ਦਿੱਤਾ, ਉਹ ਆਪਣੀ ਜਿੰਦੂਆ ਫਿਲਮ ਵਿੱਚ ਵੀ ਜਿਮੀ ਸ਼ੇਰਗਿੱਲ ਨੂੰ ਵੀ ਸੁਣਾਤੀ ਕਿ ਆਹ ਗੱਲ ਹੁੰਦੀ ਆ। ਹੁਣ ਤਾਂ ਉਹ ਵੀ ਮੰਨਦੇ ਆ। ਸੋ ਇਹਨਾਂ ਬੈਟਰ ਇਹ ਨਹੀਂ ਸੀ ਕਿ ਉਹ ਕੁੜੀ ਭੇਜਦੇ ਕੈਨੇਡਾ, 6 ਮਹੀਨੇ ਬਾਅਦ ਉਹ ਸਾਨੂੰ ਸੱਦਦੀ, ਆਪਾਂ ਫੁੱਲ ਵੀਜ਼ਾ ਹੁੰਦਾ ਫੁੱਲ ਟਾਈਮ ਦੱਬ ਕੇ ਕਰਦੇ ਕੰਮ, ਉਹ ਪੜ੍ਹਦੀ, ਉਸ ਤੋਂ ਬਾਅਦ ਲੱਗਣਾ ਸੀ PSW,
ਜੇ ਬੱਚਾ ਕਰਨਾ ਹੀ ਸੀ ਕੈਨੇਡਾ ਵਿੱਚ, ਬੱਚਾ ਤੁਹਾਡਾ ਜੰਮਦਾ ਕੈਨੇਡੀਅਨ ਆ। ਇੱਥੇ ਤਾਂ ਵਿਚਾਰੇ ਨੀਕਰਾਂ ਪਾ ਪਾ ਕੇ ਕੱਚੇ ਹੀ ਫਿਰੀ ਜਾਂਦੇ ਬਿਨਾਂ ਪਾਸਪੋਰਟ ਤੋਂ। ਉਹਦੇ ਵਿੱਚ ਪੂਰਾ ਟੱਬਰ ਸੈੱਟ ਹੋਣਾ ਸੀ, ਨਾਲੇ ਕੈਨੇਡਾ, ਨਾਲੇ 4 ਸਾਲਾਂ 'ਚ ਹੋ ਜਾਣੀ ਸੀ PR, ਇੰਗਲਿਸ਼ ਸਪੀਕਿੰਗ ਕੰਟਰੀ, ਪੰਜਾਬੀ ਵੀ ਹੈਗੇ ਉੱਥੇ। ਜਿਹੜੇ ਤੁਸੀਂ ਥੋੜ੍ਹਾ ਇੱਥੇ ਵੜਗਾਉਣੇ ਜਾਂ ਤੁਸੀਂ ਇੱਥੇ ਕੰਸਟਰਕਸ਼ਨ ਕਰਦੇ ਉਹ ਉੱਥੇ ਵੀ ਹੋ ਜਾਂਦੀ ਹੈ ਜੀ। ਜਿਹੜੇ ਪੈਸੇ ਤੁਸੀਂ ਬਣਾਉਣੇ ਇੱਥੇ ਉਹ ਉੱਥੇ ਵੀ ਬਣ ਜਾਂਦੇ ਆ। ਇਹ ਨਹੀਂ ਕੈਨੇਡਾ ਭੁੱਖੇ ਮਰਦੇ। ਇਨਫੈਕਟ ਤੁਸੀਂ ਕੈਨੇਡਾ ਜਾਓਗੇ, ਤੁਹਾਡੇ ਨਾਲ ਵੱਡੇ ਘਰ ਆ। ਤੁਸੀਂ ਆਪਾਂ ਤਾਂ ਖੁੱਡਿਆਂ 'ਚ ਰਹਿੰਦੇ ਆ। ਜਿੰਨੇ ਸਾਡੇ ਘਰ ਆ ਉਹਨੇ ਤਾਂ ਉਹਨਾਂ ਦੀ ਗਰਾਜਾਂ ਆ। ਐਵਰੇਜ ਹਾਊਸ ਤੁਸੀਂ ਕੈਨੇਡਾ ਦੇਖੋ। ਤੁਸੀਂ ਕੈਨੇਡਾ ਕਦੇ ਗਏ ਤਾਂ ਮੁੜ ਕੇ ਆਪਣੇ ਘਰ ਇੱਥੇ ਆਏ ਆ, ਤੁਹਾਨੂੰ ਤਾਂ ਵੱਢਣ ਨੂੰ ਖਾਂਦਾ ਕਿ ਯਾਰ ਮੈਂ ਦੇਖ ਕੇ ਆਇਆ, ਮੈਂ ਕਿੱਥੇ, ਉਹਨਾਂ ਦੇ ਤਾਂ ਬਹੁਤ ਖੁੱਲ੍ਹੇ ਸੀ ਘਰ। ਸੋ ਆਹ ਸੀਗਾ ਆਪਣਾ ਦਿਮਾਗ ਵਰਤਣਾ। ਬਟ ਨਹੀਂ, ਇੱਥੇ ਉਲਟਾ ਚੱਲਿਆ। ਇੱਥੇ ਮੈਂ ਫੌਜੀ, ਤੂੰ ਬਣ ਫੌਜਣ, ਆਪਾਂ ਬਣਾਉਣਾਂਗੇ ਜੂਨੀਅਰ ਫੌਜੀ, ਤਾਂ 8 ਸਾਲਾਂ ਬਾਅਦ ਮਿਲਾਂਗੇ, ਜਾਨੂੰ ਤੂੰ ਵੀ ਲੁਕ ਛੁਪ ਕੇ ਰਹਿ। ਅਤੇ ਟੱਬਰਾਂ ਨਾਲ ਤਾਂ ਉਲਟਾ ਔਖੇ ਹੋ ਗਏ ਆ। ਕਿੱਥੇ ਲੁਕਾ ਛੁਪਾਂਗੇ? ਟੱਬਰਾਂ ਨਾਲ ਬੰਦਾ ਕਿੱਥੇ ਨੱਠੂਗਾ, ਭੱਜੂਗਾ? ਤਾਂ ਹੁਣ ਫਿਰ ਤਰਲੇ ਮਾਰਦੇ ਹੋ ਕਿ ਜੀ ਹਾਂਜੀ ਗੌਰਮੈਂਟ ਕਰ ਦਿਓ ਪੱਕੇ ਜੀ, ਆਹ ਕਰ ਦਿਓ, ਆਹ ਕਰ ਦਿਓ। ਉਹਦਾ ਫਾਇਦਾ ਤੁਹਾਨੂੰ ਲੋਕ ਉਠਾਈ ਜਾਂਦੇ ਆ। ਤੁਹਾਡੇ ਪੱਲੇ ਤਰਲਾ ਰਹਿ ਗਿਆ, ਲੁਕ ਛੁਪ ਰਹਿ ਗਈ। ਇਹ ਸਿਰਫ ਇੰਗਲੈਂਡ ਨੂੰ ਜੱਫਾ ਪਾਉਣ ਦਾ ਨਤੀਜਾ ਹੈਗਾ। ਇੱਦਾਂ ਦੇ ਇੱਕ ਨਹੀਂ ਜੀ, ਲੱਖਾਂ ਹੀ ਕੇਸ ਆ, ਲੱਖਾਂ ਕੇਸ ਆ। ਸੋ ਜੋ ਵੀ ਆਪਾਂ ਕਦਮ ਉਠਾਉਣਾ, ਤੇ ਜਿਹੜੇ ਹੁਣ ਇੱਥੇ ਕੱਚੇ ਵੀ ਰਹਿ ਰਹੇ ਆ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਆਪਣੀ ਲਾਈਫਾਂ ਤਾਂ ਠੀਕ ਹੈ ਜਿੱਦਾਂ ਜੀ ਰਹੇ ਆ, ਬਹੁਤ ਵਧੀਆ ਜੀ, ਪਰ ਤੁਸੀਂ ਬਾਕੀਆਂ ਨੂੰ ਨਾ ਖਰਾਬ ਕਰੋ। ਜਿਹੜੇ ਆਏ ਹੋ ਸਟੂਡੈਂਟ, ਉਹਨਾਂ ਨੂੰ ਆਪਣੀ ਲਾਈਫ ਬਣਾ ਲੈਂਦੇ ਹੋ। ਤੁਸੀਂ ਉਹਨਾਂ ਨੂੰ ਆ ਜਾਓ, ਆਪਣੀ ਸਕੀਮਾਂ ਹੈਗੀਆਂ ਤੁਸੀਂ ਰਹਿਣ ਹੀ ਦਿਓ। ਨਾਲੇ ਜੇ ਤੁਹਾਡੀ ਸਕੀਮਾਂ ਇੰਨੀਆਂ ਕਾਮਯਾਬ ਆ, ਪਰ ਤੁਸੀਂ ਖੁਦ ਕਿਉਂ ਨਹੀਂ ਪੱਕੇ? ਸੋ ਉਹੀ ਗੱਲ ਹੋਈ, ਅੰਨੇ ਨੂੰ ਖਿੱਚੀ ਫਿਰਦਾ। ਸੋ ਇਹ ਜਾਣਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਨਾ, ਤਾਂ ਕਿਸੇ ਦਾ ਬੁਰਾ ਨਾ ਕਰੋ। ਸੋ ਇਹ ਆਹ ਚੀਜ਼ ਆ ਜੋ ਹੈਗਾ ਆ। ਦੈਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਆਹ ਚੀਜ਼ ਨੂੰ ਨੋਟ ਕਰੋ ਜੀ। ਤਾਂ ਮੈਂ ਜਾਣਾ ਹੁਣ ਬ੍ਰੇਕ ਵੱਲ, ਤਾਂ ਮੈਂ ਵੀ ਹੁਣ 7 ਮਿੰਟਾਂ ਬਾਅਦ, 7 ਸਾਲਾਂ ਬਾਅਦ ਨਹੀਂ, 7 ਮਿੰਟਾਂ ਬਾਅਦ ਪੱਕਾ ਹੋ ਕੇ ਆਉਣਾ। ਤਾਂ ਮਿਲਦਾ ਤੁਹਾਨੂੰ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਰਵਿੰਦਰ ਗਰੇਵਾਲ। ਯੂਕੇ ਦੇ ਲੱਖਾਂ ਲੋਕ ਆਪ ਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਦਾ ਇੰਜੈਕਸ਼ਨ ਲਗਵਾ ਕੇ ਸੁਰੱਖਿਅਤ ਕਰ ਰਹੇ ਨੇ। ਟੀਕਾ ਲਗਵਾ ਚੁੱਕੇ ਲੋਕਾਂ ਦੇ ਉੱਤੇ ਵਾਇਰਸ ਦਾ ਅਸਰ ਹੋਣ ਜਾਂ ਉਹਨਾਂ ਦੇ ਹਸਪੀਟਲ ਜਾਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਟੀਕਾ ਬਿਲਕੁਲ ਫ੍ਰੀ ਆ ਔਰ ਤੁਹਾਡੀ ਵਾਰੀ ਆਉਣ ਤੇ NHS ਆਪ ਤੁਹਾਨੂੰ ਦੱਸੇਗਾ। ਯਾਦ ਰੱਖੋ, ਤੁਹਾਡੀ ਸੁਰੱਖਿਆ ਦੇ ਲਈ ਟੀਕੇ ਦੇ ਦੋਨੋਂ ਡੋਜ਼ਸ ਤੁਹਾਡੇ ਲਈ ਬਹੁਤ ਜ਼ਰੂਰੀ ਨੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ nhs.uk/covid-vaccine। ਧਿਆਨ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ, ਸੁਰੱਖਿਅਤ ਰਹੋ। I still think about pizza. And I still get to eat it too, just when you thought pizza couldn't get any better. WW Weight Watchers Reimagined. Try us out for free. Right now at TalkTalk, you get super fast fibre broadband with average speeds of 67 megabits per second, plus free unlimited calls to UK mobiles and landlines, online security and 24/7 online support, all for just £25 a month. Deals that make sense. Search TalkTalk Fibre. TalkTalk, for everyone. At Middleton's, we present our adjustable bed range. Easily move your legs and your back all at the touch of a button. Our 5-point adjustable mechanism provides pressure relief and correct posture positioning. Our range of mattresses ensure your weight is distributed evenly, with a Coolmax cover to ensure your body heat is regulated. Available in single or double and a range of colours. Get the perfect night's sleep at Middleton's. Care wildly with £10 off your first order at bloomandwild.com.
Got the big summer feels? Then check out the EE Summer Sale with its big summer deals. Like a gigantic 160 gig for £20 per month on a 5G ready SIM. So go large with the UK's best network. Get a massive 160 gig for £20 before the 6th of July and make the most of a summer like no other. When Fatima arrived at hospital, she was too weak to even stand. But with urgent treatment and nutritious food, this is Fatima just days later. That's how fast a child can recover from severe malnutrition if they receive the food and medicine they need in time. That's what your £3 today could do. This is the land where Fatima's family now live since drought forced them to leave their home. But with your help, this is how families all over the world are transforming their land and their lives. With different types of seeds and new farming practices. This is what your £3 today could do. Please text Fatima3 to 70002 to give £3 a month through your mobile. At Save the Children, we see how each donation adds up to something amazing. Children, happy and healthy, because their parents can grow the food they need to thrive. That is what someone's £3 a month helped achieve. Imagine what yours could do. Please text Fatima3 to 70002 to give £3 a month through your mobile. Join the AA, the UK's #1. Our patrols will usually get you back off the road in around 30 minutes of getting to you. Plus, with unlimited call-outs, we'll always be there when you need us. Get that feeling from £6 a month. The AA. Join today at theaa.com. At Glasses Direct, all of these glasses are 2 designer pairs for £36 with lenses. Get your glasses your way at glassesdirect.co.uk. Heard about GoDaddy domain names? Go to GoDaddy to buy a dream domain name from 99p with GoDaddy. ਵੈਲਕਮ ਟੂ ਦ ਸ਼ੋ। ਜਿੱਦਾਂ ਆਪਾਂ ਗੱਲ ਕਰਦੇ ਸੀਗੇ ਕਿ ਜੀ ਕੀ ਕਰਨਾ ਚਾਹੀਦਾ ਕੀ ਨਹੀਂ, ਕੀ ਸਹੀ ਪਲੈਨਿੰਗ ਕੀ ਨਹੀਂ, ਮੈਂ ਤੁਹਾਨੂੰ ਕਾਫੀ ਉਦਾਹਰਨ ਦਿੱਤੇ ਜੀ ਇਸ ਚੀਜ਼ ਦੇ। ਹੋਪਫੁਲੀ ਇਹ ਗੈਟ ਥਰੂ ਹੋ ਜਾਂਦੇ ਆ ਤੁਹਾਡੇ ਤਾਂ ਹੀ ਦੇਖੋ ਮੈਂਟੈਲਿਟੀ ਤਾਂ ਹੀ ਚੇਂਜ ਹੋਊ, ਤਰੱਕੀ ਤਾਂ ਹੀ ਹੋਊ ਜੇ ਆਪਾਂ ਪੁਰਾਣੀਆਂ ਗਲਤੀਆਂ ਸੁਧਾਰੋਗੇ। ਸਿੰਪਲ ਜਿਹੀ ਗੱਲ ਆ, ਪੁਰਾਣੀਆਂ ਗਲਤੀਆਂ ਸੁਧਾਰੋਗੇ ਤਾਂ ਹੀ ਗਾਹਾਂ ਪ੍ਰੋਗਰੈਸ਼ਨ ਹੋਊ। ਜੇ ਉਹੀ ਚੀਜ਼ ਤੁਸੀਂ ਕਰੀ ਜਾਣੀ ਆ ਅਗਲੇ 50 ਸਾਲ ਲਈ, ਜੋ ਪਿਛਲੇ 50 ਸਾਲ ਤੋਂ ਕਰਦੇ ਆ ਰਹੇ ਆ, ਤਾਂ ਫਿਰ ਉਹੀ ਪ੍ਰੋਬਲਮ ਆਉਣੀਆਂ ਜੀ, ਉਹੀ ਰੋਣੇ ਧੋਣੇ ਆਉਣੇ ਆ, ਉਹੀ ਤਕਲੀਫਾਂ ਆਉਣੀਆਂ। ਇਹ ਤਾਂ ਜ਼ਿੰਦਗੀ ਦਾ ਦਸਤੂਰ ਆ। They say, you know, describe failure ਕੀ ਹੁੰਦੀ ਆ, failure ਜਾਂ describe, ਕਹਿੰਦੇ ਗੋਰਿਆਂ ਨੇ ਕਹਾਵਤ ਕੀਤੀ ਹੈ ਕਿ ਪਾਗਲਪਨ ਕੀ ਹੁੰਦਾ, define madness। ਮੈਡਨੈਸ ਉਹ ਚੀਜ਼ ਹੁੰਦੀ ਹੈ ਜੀ ਕਿ ਇੱਕੋ ਚੀਜ਼ ਤੁਸੀਂ ਦੁਬਾਰਾ ਸੇਮ ਕਰੀ ਜਾਓ ਤਾਂ ਤੁਸੀਂ ਇਹ ਉਮੀਦ ਰੱਖੋ ਕਿ ਰਿਜ਼ਲਟ ਡਿਫਰੈਂਟ ਹੋਊਗਾ। ਇਟਸ ਡੂਇੰਗ ਦ ਸੇਮ ਥਿੰਗ ਐਂਡ ਐਕਸਪੈਕਟਿੰਗ ਅ ਡਿਫਰੈਂਟ ਰਿਜ਼ਲਟ। ਇਹਨੂੰ ਪਾਗਲਪਨ ਕਹਿੰਦੇ ਆ। ਸੋ ਇਹਦੇ 'ਚੋਂ ਸਾਨੂੰ ਕੁਛ ਨਾ ਕੁਛ ਸਿੱਖ ਲੈਣੀ ਚਾਹੀਦੀ ਆ। ਬਾਕੀ ਜਿਹੜੇ ਲੋਕ ਕਹਿੰਦੇ ਕਿ ਜੀ ਨਹੀਂ ਵਰਕ ਪਰਮਿਟ ਲੱਗਦੇ ਨਹੀਂ, ਸਪੋਂਸਰ ਲਾਇਸੈਂਸ ਹੈ ਨਹੀਂ, ਮਿਲਦੇ ਨਹੀਂ ਜੀ, ਆਹ ਦੇਖੋ ਤੁਸੀਂ ਅੱਜ ਹੀ ਆਏ ਆ। ਤਾਂ ਮੈਂ ਕਿਹਾ ਦਿਖਾ ਦੇਵਾਂ, ਲੋਕ ਫਿਰ ਪੁੱਛਦੇ ਬਹੁਤ ਸੀ ਕਿ ਆਹ ਦੇਖੋ। ਸੋ ਤੁਸੀਂ ਸਕਰੀਨ 'ਤੇ ਦੇਖ ਲਓ ਕਿ ਫੋਟੋਆਂ ਤੁਹਾਨੂੰ ਦਿਖਾ ਦਿੰਦੇ ਆ। ਆਹ ਜੋ ਹੈਗੇ ਆ ਲਾਇਸੈਂਸਿਸ ਹੈਗੇ ਆ। ਅਮਨ ਮੇਰਾ ਵੀਰ ਮੇਰਾ ਖਿਆਲ ਦਿਖਾਏਗਾ, ਫੋਟੋ ਦਿਖਾ ਰਿਹਾ ਸਰ। ਚਲੋ ਆਹ ਦੇਖੋ ਜੀ, ਇੱਦਾਂ ਹੁੰਦਾ ਜਦੋਂ ਲਾਇਸੈਂਸ ਮਿਲਦਾ, ਇੱਦਾਂ ਦੀ ਚਿੱਠੀ ਆਉਂਦੀ ਆ। ਨਾ ਮੈਨੂੰ ਮਟੇਣੇ ਪਏ ਕਿ ਮੈਂ ਕਹਾਂ ਇੱਦਾਂ ਸਾਨੂੰ ਕਾਨੂੰਨੀ ਤੌਰ 'ਤੇ ਮਟੇਣੇ ਪੈਂਦੇ ਆ। ਆਹ ਦੇਖੋ ਜੀ, ਇੱਦਾਂ ਹੁੰਦੀ ਆ ਦੇ ਲਾਇਸੈਂਸ, ਤੁਹਾਡਾ ਲਾਇਸੈਂਸ ਸਕਸੈਸਫੁਲ ਹੋ ਗਿਆ ਤਾਂ ਆਹ ਦੇਖੋ ਜੀ ਵਰਕ ਪਰਮਿਟ ਇੱਦਾਂ ਲੱਗਦੇ ਆ ਜੀ। ਸੋ ਥੈਂਕ ਯੂ ਅਮਨ ਜੀ। ਆਹ ਦੇ ਦਿਖਾ ਦਿੱਤਾ ਨਾ, ਹੁਣ ਤਸੱਲੀ ਆ ਗਈ ਐਨ ਚੰਗੀ ਤਰ੍ਹਾਂ।
ਬਾਕੀ ਜਿਹੜੇ ਬਾਕੀ ਵਕੀਲ ਕਹਿੰਦੇ ਜੀ ਆਪਾਂ ਪੱਕੇ ਕਰ ਦੇਣੇ, ਆਹ ਕਰ ਦੇਣੇ ਆ, ਆਪਾਂ ਆਹ ਕਰਾਉਣਾ, ਉਹਨਾਂ ਨੂੰ ਵੀ ਕਹੋ ਕਿ ਕੁਛ ਦਿਖਾ ਲੈਣ। ਜਾਂ ਰੌਲਾ ਹੀ ਪਾਇਆ, ਲੋਕਾਂ ਨੂੰ ਮਿਸਗਾਈਡ ਹੀ ਕਰਨੇ। ਜੇ ਫਾਰਮਿੰਗ ਵੀਜ਼ੇ ਜੋ ਲੱਗਦੇ ਆ, ਕਹਿੰਦੇ ਸੀ ਜੀ 3 ਸਾਲ ਤੋਂ ਰੌਲਾ ਪਾ ਰਹੇ ਕਿ ਫਾਰਮਿੰਗ ਵੀਜ਼ੇ ਲੱਗਦੇ ਆ, ਇੱਕ ਲੱਗਾ ਨਹੀਂ, ਇੱਕ ਵੀ ਨਹੀਂ ਲੱਗਾ। ਦਿਖਾਲ ਦਿਓ, ਆਪਾਂ ਤਾਂ ਦਿਖਾਲਦੇ ਹਾਂ। ਦਿਖਾਲਣ ਕੀ, ਬਸ ਜਿੱਦਾਂ ਹੀ ਤੁਸੀਂ ਗੱਲ ਸੁਣਨਾ ਚਾਹੁੰਦੇ ਉੱਦਾਂ ਦੀ ਸੁਣਾ ਦਿੰਦੇ ਆ, ਲੋਲੀਪੌਪ ਦੇ ਦਿੰਦੇ ਆ। ਸੋ ਉਹ ਤੁਸੀਂ ਲੋਲੀਪੌਪ ਦੇ ਵਾਲੇ ਹੀ ਆ, ਫਿਰ ਠੀਕ ਹੀ ਆ। ਸੋ ਜਿਹਨਾਂ ਨੇ ਆਪਣਾ ਕੰਮ ਕਰਾਉਣਾ ਹੁੰਦਾ ਜੀ, ਉਹ ਸਾਰੀ ਸੱਚਾਈ ਦੇਖ ਕੇ, ਸਾਰਾ ਕੁਝ ਸਟੱਡੀ ਕਰਕੇ ਆਪਣਾ ਕੰਮ ਕਰਾ ਕੇ ਰਾਹ ਵੀ ਪੈਂਦੇ ਆ। ਤੁਹਾਡੇ ਪੱਲੇ ਤੁਸੀਂ ਲੋਲੀਪੌਪ ਨੂੰ ਹੋਲਡ ਕਰੀ ਜਾਓ। ਹੈਲੋ ਲੋਲੀਪੌਪ, ਤੁਹਾਡਾ ਨਾਂ ਹੀ ਲੋਲੀਪੌਪ ਬੋਏ ਰੱਖ ਲੈਣਾ ਮੈਂ। ਰਾਈਟ, ਹੋਰ ਕੀ ਹੈਗਾ ਜੀ ਖਬਰਾਂ, ਉਹ ਤੁਹਾਨੂੰ ਸੁਣਾਵਾਂ। ਰਾਈਟ, ਲੈਟਸ ਹੈਵ ਅ ਲੁੱਕ ਕਿ ਦੁਨੀਆ 'ਚ ਕੀ ਹੋ ਰਿਹਾ, ਕੀ ਨਹੀਂ। ਓਕੇ, ਸੋ 30 ਤਰੀਕ ਨੂੰ ਜੀ ਕੀ ਹੋ ਰਿਹਾ ਕੀ ਨਹੀਂ। 30 ਤਰੀਕ ਨੂੰ ਜੂਨ ਨੂੰ ਜੀ EA ਵਾਲੇ ਜਿਹੜੇ ਹੈਗੇ ਆ, ਉਹਨਾਂ ਦੀ ਡੈਡਲਾਈਨ ਖ਼ਤਮ ਹੋ ਰਹੀ ਆ। ਸੋ ਤਕਰੀਬਨ ਦਿਨ ਰਹਿ ਗਏ ਤੁਹਾਡੇ, ਅੱਜ ਕੀ ਹੈ ਤੁਹਾਡਾ ਭਲਾ ਹੋਵੇ 25 ਆ। ਸੋ 26 27 ਤਾਂ ਵੀਕਐਂਡ ਆ ਗਿਆ। ਸੋ ਨੈਕਸਟ ਵੀਕ ਤੱਕ ਤੁਹਾਡਾ ਹੋ ਜਾਣਾ ਜੋ ਹੈਗਾ ਆ 30 ਜੂਨ ਦਾ ਡੈਡਲਾਈਨ। ਸੋ ਉਹਦੇ ਵਿੱਚ ਇਹ ਕਹਿੰਦੇ ਕਿ ਜੀ ਕੀ ਕਰ ਸਕਦੇ, ਕੀ ਨਹੀਂ। 30 ਜੂਨ ਦੀ ਡੈਡਲਾਈਨ ਕਿਹਨਾਂ ਲਈ ਆ? ਇਹ ਉਹਨਾਂ ਲਈ ਆ ਜਿਹੜੇ ਯੂਰਪ ਤੋਂ ਆ ਚੁੱਕੇ ਸੀ ਦਸੰਬਰ ਤੋਂ ਪਹਿਲਾਂ ਪਿਛਲੇ ਸਾਲ, ਤਾਂ ਉਹਨਾਂ ਨੇ ਰਜਿਸਟਰ ਨਹੀਂ ਕੀਤਾ EU ਸੈਟਲਮੈਂਟ ਸਕੀਮ ਦੇ ਥੱਲੇ। ਸੋ ਉਹਦੇ ਵਿੱਚ ਉਹਨਾਂ ਦੀ ਡੈਡਲਾਈਨ ਹੈ ਜੀ। ਸੋ ਜੋ ਆਏ ਸੀਗੇ ਇੱਥੇ 31 ਦਸੰਬਰ ਤੋਂ ਪਹਿਲਾਂ ਇੱਥੇ ਰਹਿ ਰਹੇ ਸੀਗੇ, ਅਤੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਡੈਡਲਾਈਨ ਹੈਗਾ ਆ 30 ਜੂਨ। ਹੁਣ ਮੈਂ ਤਾਂ ਤੁਹਾਨੂੰ ਕਾਫੀ ਰੌਲਾ ਪਾ ਰਿਹਾ ਪਿਛਲੇ ਸਾਲ ਦਾ ਕਿ ਜੀ ਪ੍ਰੀ ਸੈਟਲਮੈਂਟ ਕਰ ਲਓ, ਆਪਣੇ 19 'ਚ ਹੀ ਪਾਉਣ ਲੱਗ ਪਿਆ ਸੀ ਮੈਂ, ਆਪਣੀ ਜੋ ਹੈਗੀ ਆ ਸੈਟਲ ਸਟੇਟਸ ਲੈ ਲਓ। ਔਰ ਉਹਦੇ ਵਿੱਚ ਲੋਕਾਂ ਨੇ ਕੀਤਾ ਕਾਫੀ, ਪਰ ਹਾਲੇ ਕੁਛ ਲੋਕ ਹੈਗੇ ਜਿਨ੍ਹਾਂ ਨੇ ਨਹੀਂ ਕੀਤਾ ਹੈਗਾ ਜੀ। ਸੋ ਜੋ ਹੈਗੇ ਆ ਇਹ ਜੋ ਸਿਟੀਜ਼ਨ EU ਦੇ ਲੋਕ ਆ, ਉਹਨਾਂ ਦੇ ਬੱਚੇ ਆ, ਉਹਨਾਂ ਦੇ ਜੋ ਹੈਗੇ ਪੇਰੈਂਟਸ ਜੋ ਵੀ ਆ, ਸਿਬਲਿੰਗਸ, ਉਹਨਾਂ ਦੇ ਆਟੋਮੈਟਿਕ ਰਾਈਟ ਨਹੀਂ ਮਿਲਦੇ। ਇਹ ਵੀ ਇਹਨਾਂ ਨੂੰ ਵੀ ਐਪਲੀਕੇਸ਼ਨ ਪਾਉਣਾ ਪੈਂਦਾ। ਸੋ ਐਨੀਵਨ ਵਿਦ ਅ ਯੂਰੋਪੀਅਨ ਪਾਸਪੋਰਟ ਜੋ ਕਿ 31 ਦਸੰਬਰ 2020 ਤੋਂ ਪਹਿਲਾਂ ਇੱਥੇ ਆਇਓ ਸੀ, ਆਹ ਸ਼ਰਤ ਆ। ਇਹ ਨਹੀਂ ਕਿ ਕੱਲ੍ਹ ਨੂੰ ਆ ਕੇ ਤੁਸੀਂ ਕਹੋ ਜੀ ਮੈਨੂੰ ਰਜਿਸਟ੍ਰੇਸ਼ਨ ਚਾਹੀਦੀ ਆ, ਉਹਦੇ ਲਈ ਨਹੀਂ ਹੈਗੀ ਰਜਿਸਟ੍ਰੇਸ਼ਨ। ਉਹਨਾਂ ਲਈ ਜਿਹੜੇ ਪਿਛਲੇ ਸਾਲ ਆ ਚੁੱਕੇ ਸੀਗੇ, ਤਾਂ ਹੀ ਤਾਂ ਰੌਲਾ ਪੈ ਰਿਹਾ ਸੀ ਜੀ ਇੰਨਾ। ਸੋ ਉਹਨਾਂ ਲਈ ਆ ਜੀ। ਸੋ ਯੂਰੋਪੀਅਨ, ਜਾਂ ਕੋਈ ਤੁਹਾਡੇ ਕੋਲ ਯੂਰੋਪੀਅਨ ਵਾਲਾ ਵੀਜ਼ਾ ਹੋਵੇ ਜਿਹਦੇ ਉੱਤੇ ਫੈਮਿਲੀ ਮੈਂਬਰ ਲਿਖਿਆ ਹੋਵੇ, ਈਵਨ ਜੇ ਤੁਹਾਡੇ ਕੋਲ ਪਰਮਾਨੈਂਟ ਰੈਜ਼ੀਡੈਂਸ ਕਾਰਡ ਜੋ ਯੂਰਪ ਵਾਲਿਆਂ ਨਾਲ ਕੋਈ ਤਾਲੁਕ ਰੱਖ ਕੇ ਤੁਹਾਨੂੰ ਮਿਲਿਆ ਹੋਵੇ, ਤਾਂ ਵੀ ਤੁਹਾਨੂੰ ਰਜਿਸਟਰ ਕਰਨਾ ਪੈਣਾ। The only people that don't have to register are British citizens and Irish citizens and spouses of British citizens and spouses of Irish citizens. So ਉਹਦੇ ਵਿੱਚ ਤੁਹਾਨੂੰ ਉਹਨਾਂ ਨੂੰ ਅਪਲਾਈ ਨਹੀਂ ਕਰਨਾ ਪੈਂਦਾ, ਪਰ ਬਾਕੀ ਸਾਰਿਆਂ ਨੂੰ ਕਰਨਾ ਪੈਂਦਾ ਜੀ। ਸੋ ਉਹਦੇ ਵਿੱਚ ਜਿਨ੍ਹਾਂ ਕੋਲ ਨੀਲੇ ਜਿਹੇ ਗੱਤੇ ਵਾਲੇ ਕਾਰਡ ਹੁੰਦੇ ਆ, ਮੈਂ ਆ ਦਿਖਾ ਲਿਆ ਵੀ ਸੀ ਕੁਛ ਹਫ਼ਤੇ ਪਹਿਲਾਂ ਸ਼ੋਅ 'ਤੇ, ਉਹ ਵੀ ਯੂ ਨੀਡ ਟੂ ਅਪਲਾਈ ਐਂਡ ਭਾਵੇਂ ਉੱਤੇ ਪਰਮਾਨੈਂਟ ਲਿਖਿਆ ਹੋਵੇ, ਕਿਉਂਕਿ 30 ਜੂਨ ਤੋਂ ਬਾਅਦ ਇਹ ਜੋ ਸਾਰੇ ਡਾਕੂਮੈਂਟਸ ਹੈਗੇ ਆ ਇਹ ਵੈਲਿਡ ਨਹੀਂ ਰਹਿਣੇ ਐਜ਼ ਅ ਫੋਰਮ ਆਫ ID। ਸੋ ਪ੍ਰੀ ਸੈਟਲ ਸਟੇਟਸ ਮਿਲਦੀ ਆ ਜੀ ਜਿਨ੍ਹਾਂ ਨੂੰ 5 ਸਾਲ ਤੋਂ ਘੱਟ ਹੋ ਗਿਆ ਇੱਥੇ ਆਇਆ ਨੂੰ। ਸੈਟਲ ਸਟੇਟਸ ਮਿਲਦੀ ਜਿਨ੍ਹਾਂ ਨੂੰ 5 ਸਾਲ ਤੋਂ ਜ਼ਿਆਦਾ ਹੋ ਗਿਆ ਇੱਥੇ ਆਇਆ ਨੂੰ, ਯੂਰਪ ਵਾਲਿਆਂ ਨੂੰ। ਸੋ ਜਿਨ੍ਹਾਂ ਕੋਲ ਪਾਸਪੋਰਟ ਹੈ ਨਹੀਂ, ਜਾਂ ਪਾਸਪੋਰਟ ਐਕਸਪਾਇਰ ਹੋਏ ਯੂਰਪੀਅਨ ਵਾਲੇ, ਜਾਂ ID ਕਾਰਡ 'ਤੇ ਸਿਰਫ ਆਏ ਹੋ ਆ, ਉਹਨਾਂ ਨੂੰ ਪੇਪਰ ਐਪਲੀਕੇਸ਼ਨ ਪਾਉਣੀ ਪੈਣੀ ਆ। ਸੋ ਜੀ ਉਹ ਔਨਲਾਈਨ ਵੀ ਆਪਾਂ ਅਪਲਾਈ ਕਰ ਸਕਦੇ ਹਾਂ ਉਹਦੇ ਲਈ। ਇਹ ਡੈਡਲਾਈਨ ਐਕਸਟੈਂਡ ਹੋਈ ਜਾਊਗੀ। ਫਿਲਹਾਲ ਤਾਂ ਗਵਰਨਮੈਂਟ ਨੇ ਕਿਹਾ ਕਿ ਆਪਾਂ ਐਕਸਟੈਂਡ ਨਹੀਂ ਕਰਨੀ ਜੀ ਡੈਡਲਾਈਨ।
ਜੇ ਇਹਨਾਂ ਨੇ ਅਪਲਾਈ ਕੀਤਾ ਪਰ ਹੋਮ ਆਫਿਸ ਤੋਂ ਕੋਈ ਹਲੇ ਜਵਾਬ ਨਹੀਂ ਆਇਆ, ਉਹਦੇ ਵਿੱਚੋਂ ਕਹਿੰਦੇ ਠੀਕ ਹੈ, ਐਜ਼ ਲੌਂਗ ਐਜ਼ ਤੁਸੀਂ ਅਪਲਾਈ ਕਰ ਦਿੱਤਾ ਡੈਡਲਾਈਨ ਤੋਂ ਪਹਿਲਾਂ, ਤੁਸੀਂ ਕਵਰਡ ਹੈਗੇ ਆ। ਸੋ ਉਹ ਜੋ ਤੁਹਾਨੂੰ ਜਦੋਂ ਤੁਸੀਂ ਅਪਲਾਈ ਕਰਦੇ ਤੁਹਾਨੂੰ ਕਨਫਰਮੇਸ਼ਨ ਆਉਂਦੀ ਕਿ ਤੁਹਾਡੀ ਐਪਲੀਕੇਸ਼ਨ ਨੰਬਰ ਆਇਆ, ਸੋ ਉਹ ਰੱਖਿਓ ਤੁਸੀਂ ਆਪਣੇ ਕੋਲ। ਸੋ ਜਦੋਂ ਆਪਾਂ ਟਰੈਵਲ ਕਰਨਾ ਆਪਾਂ ਕੀ ਕੀ ਦਿਖਾਉਣਾ ਜੀ, ਆਪਾਂ ਨੂੰ ਉਹ ਚਾਹੀਦਾ ਜੋ ਤੁਹਾਨੂੰ ਪ੍ਰੀ ਸੈਟਲ ਸਟੇਟਸ ਦੀ ਚਿੱਠੀ ਆ, ਉਹ ਇਹਨਾਂ ਨੇ ਕਿਹਾ ਕਿ ਚਾਹੀਦਾ ਤੁਹਾਨੂੰ, ਅਤੇ ਨਾਲ ਦੀ ਨਾਲ ਆਪਣਾ ਪਾਸਪੋਰਟ ਜਾਂ ID ਕਾਰਡ, ਤਾਂ ਕਿ ਤੁਹਾਨੂੰ ਡਿਲੇ ਨਾ ਹੋਵੇ। ਉਹ ਇੱਥੇ ਬਾਰਡਰ 'ਤੇ ਆ। ਹੁਣ ਪ੍ਰੋਬਲਮ ਇਹ ਪੈਣੀ ਜਦੋਂ ਤੁਸੀਂ ਇੰਡੀਆ ਨੂੰ ਜਾਣਾ ਤਾਂ ਇੰਡੀਆ ਵਾਲੇ ਤੁਹਾਨੂੰ ਚੜ੍ਹਨ ਦੇਊਗੇ ਉਹ ਪੇਪਰ ਨਾਲ ਜਾਂ ਨਹੀਂ। ਹੁਣ ਇੰਡੀਆ ਵਿੱਚ ਪ੍ਰੋਬਲਮਸ ਕਾਫੀ ਮੁਲਕਾਂ 'ਚ ਹੋਰਾਂ 'ਚ ਵੀ ਪਈ, ਉਹਨਾਂ ਨੂੰ ਇਸ ਸਿਸਟਮ ਬਾਰੇ ਪਤਾ ਨਹੀਂ ਹਲੇ, ਸੋ ਉਹਦੇ ਵਿੱਚੋਂ ਹੋ ਸਕਦਾ ਕਿ ਤੁਹਾਨੂੰ ਚੜ੍ਹਨ ਨਾ ਦੇਣ ਮੁੜ ਕੇ। ਸੋ ਦੈਟਸ ਗੋਨਾ ਬੀ ਅ ਪ੍ਰੋਬਲਮ। ਸੋ ਉਹਦੇ ਲਈ ਜਦ ਤੱਕ ਪੂਰੇ ਇੰਡੀਆ ਵਾਲੇ ਇਸ ਚੀਜ਼ ਨੂੰ ਰੈਕਗਨਾਈਜ਼ ਨਹੀਂ ਕਰਦੇ, ਜਦ ਤੱਕ ਇੰਡੀਆ ਵਿੱਚ ਫਸਣ ਦਾ ਤੁਹਾਡੇ ਕੋਲ ਚਾਂਸ ਹੈਗਾ ਆ। ਜੇ ਇੱਦਾਂ ਦੀ ਇੱਕ ਪ੍ਰੋਬਲਮ ਹੋਵੇ ਕਿ ਇੰਡੀਆ ਵਾਲੇ ਕਹਿਣ ਕਿ ਨਹੀਂ ਤੁਸੀਂ ਇੰਗਲੈਂਡ ਨੂੰ ਮੁੜ ਕੇ ਚੜ੍ਹ ਨਹੀਂ ਸਕਦੇ ਕਿਉਂਕਿ ਤੁਹਾਡੇ ਕੋਲ ਤਾਂ ਕਾਰਡ ਨਹੀਂ ਹੈਗਾ ਜਾਂ ਪਾਸਪੋਰਟ ਸਟਿੱਕਰ ਨਹੀਂ ਹੈਗਾ, ਤਾਂ ਤੁਸੀਂ ਉਹਨੂੰ ਪੇਪਰ ਦਿਖਾ ਦਿੱਤਾ ਕੋ ਨਹੀਂ ਆਪਾਂ ਨਹੀਂ ਮੰਨਦੇ ਪੇਪਰ ਨੂੰ, ਤਾਂ ਫਿਰ ਕੀ ਕਰ ਸਕਦੇ? ਉਹਦੇ ਵਿੱਚ ਤੁਸੀਂ ਆਪਣੇ ਮੁਲਕ ਜੋ ਹੈਗਾ ਜਿੱਥੋਂ ਯੂਰਪ ਤੋਂ ਆਏ ਉੱਥੇ ਟਰੈਵਲ ਕਰ ਸਕਦੇ ਆ, ਤਾਂ ਫਿਰ ਉੱਥੋਂ ਤੁਸੀਂ ਲੰਡਨ ਨੂੰ ਆ ਸਕਦੇ ਆ। ਬਹੁਤਿਆਂ ਨਾਲ ਇੱਦਾਂ ਹੋਈ ਤਾਂ ਬਹੁਤਿਆਂ ਨੇ ਇੱਦਾਂ ਹੀ ਕੀਤੀ। ਮਤਲਬ ਫਰਜ਼ ਕਰੋ ਆਪਾਂ ਸਪੇਨ ਤੋਂ ਆਏ ਆ ਇੱਥੇ UK ਦੇ ਵਿੱਚ, ਅਤੇ ਮੇਰੇ ਕੋਲ ਆ ਪ੍ਰੀ ਸੈਟਲ ਸਟੇਟਸ ਆ, 30 ਤੋਂ ਬਾਅਦ ਕਾਰਡ ਜਿਹੜੇ ਹੈਗੇ ਆ ਸਟੈਂਪਸ ਜਿਹੜੇ ਹੈਗੇ ਉਹ ਸਾਰੇ ਇਨਵੈਲਿਡ ਹੋਏ ਨੇ। ਮੈਂ ਇੰਡੀਆ ਜਾਂਦਾ ਤਾਂ ਮੈਨੂੰ ਇੰਡੀਆ ਵਾਲੇ ਕਹਿੰਦੇ ਕਿ ਤੇਰੀ ਸਟੈਂਪ ਕਿੱਥੇ ਆ ਪਾਸਪੋਰਟ 'ਚ ਜਾਂ ਤੇਰਾ ਕਾਰਡ ਕਿੱਥੇ ਆ, ਉਹਨੂੰ ਨਹੀਂ ਮੰਨਦੇ ਕਿ ਤੂੰ ਆਪਾਂ ਚਿੱਠੀ ਦਿਖਾ ਦੇ ਕਿ ਆਹ ਦੇਖੋ ਮੇਰਾ ਸਟੇਟਸ, ਉਹ ਕਹਿੰਦਾ ਆਪਾਂ ਨਹੀਂ ਇਹਨੂੰ ਮੰਨਦੇ। ਸੋ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ? ਰਾਵਲ ਉੱਥੇ ਬਹਿਸ ਕਰੀਏ, ਆਪਾਂ ਸਪੇਨ ਨੂੰ ਟਿਕਟ ਬੁੱਕ ਕਰੀਏ ਤਾਂ ਫਿਰ ਸਪੇਨ ਤੋਂ UK ਨੂੰ ਆ ਸਕਦੇ ਹਾਂ ਆਪਾਂ। ਸੋ ਉਹ ਤੁਹਾਨੂੰ ਆਪਣੇ ਮੁਲਕ ਜਾਣ ਨੂੰ ਜਿੱਥੋਂ ਤੁਹਾਡਾ EU ਦਾ ਨੈਸ਼ਨੈਲਿਟੀ ਆ ਉਹ ਨਹੀਂ ਕਦੇ ਰੋਕ ਸਕਦੇ। ਓਕੇ, ਸੋ ਦੈਟਸ ਉਹਦੇ ਵਿੱਚ ਇਹ ਹੁੰਦਾ। ਓਕੇ, ਜੇ ਵਿੱਚ ਵਿਚਾਲੇ ਤੁਹਾਡਾ ਪਾਸਪੋਰਟ ਬਦਲ ਜਾਵੇ, ਹੁਣ ਕਈ ਲੋਕਾਂ ਨੇ ਪਿਛਲੇ ਸਾਲ ਦਾ ਰਜਿਸਟਰ ਕੀਤਾ ਤਾਂ ਬਾਅਦ 'ਚ ਉਹਨਾਂ ਦੇ ਪਾਸਪੋਰਟ ਬਦਲ ਗਏ, ਨਵੇਂ ਨੰਬਰ ਲੈ ਲਏ, ਉਹਨਾਂ ਨੇ ਪਾਸਪੋਰਟ ਨੰਬਰ ਉਹ ਐਕਸਪਾਇਰ ਹੋ ਗਿਆ, ਉਹਦੇ ਵਿੱਚ ਤੁਹਾਨੂੰ ਆਪਣੇ ਔਨਲਾਈਨ ਜਾ ਕੇ ਆ ਪਾਸਪੋਰਟ ਨੰਬਰ ਅਪਡੇਟ ਕਰਨਾ ਪੈਂਦਾ। ਸੋ ਮੇਕ ਸ਼ੋਰ ਯੂ ਡੂ ਦੈਟ, ਬਈ ਨਹੀਂ ਤਾਂ ਉਹਦੇ ਵਿੱਚ ਪ੍ਰੋਬਲਮ ਪੈਣੀ ਹੈ। ਯੂ ਹੈਵ ਟੂ ਡੂ ਦੈਟ। ਅਕਤੂਬਰ ਤੋਂ ਬਾਅਦ ਇਹਨਾਂ ਨੇ ਇਹ ਕਹਿਣਾ ਕਿ ਜੀ ID ਕਾਰਡ ਦੀ ਜਗ੍ਹਾ ਤੁਹਾਨੂੰ ਪਾਸਪੋਰਟ ਨਾਲ ਹੀ ਐਂਟਰ ਕਰਨਾ ਪੈਣਾ। ਦੈਟਸ ਵਾਟ ਦੇ ਗੋਨਾ ਡੂ। ਸੋ ਦਿਸ ਇਜ਼ ਜੋ ਹੈਗਾ ਆ ਸਿਸਟਮ ਜੋ EU ਵਾਲਿਆਂ ਦਾ ਐਸ ਪਹਿਲੇ ਆਹ ਸਿਸਟਮ ਚੱਲਦਾ ਆ। ਸੋ ਪਲੀਜ਼ ਇਹਦਾ ਤੁਸੀਂ ਧਿਆਨ ਰੱਖਿਓ। ਬਾਕੀ ਜਿਨ੍ਹਾਂ ਨੇ ਹੋਰ ਤਬਦੀਲੀ ਵਿੱਚ ਸਵਾਲ ਪੁੱਛਣੇ ਆ ਜੀ, ਉਹ ਤਾਂ ਤੁਸੀਂ ਦਫ਼ਤਰ ਆ ਕੇ ਪੁੱਛ ਹੀ ਸਕਦੇ। ਕਿਸੇ ਵੀ ਸਕੀਮ ਬਾਰੇ ਜੋ ਪੁੱਛਣਾ ਹੈਗਾ, ਜੋ ਆਪਾਂ ਗੱਲਬਾਤ ਕਰਦੇ ਹਾਂ, ਯੂ ਕੈਨ ਕਮ ਟੂ ਦੀ ਆਫਿਸ। ਉਹ ਆਹੀ ਕੰਮ ਲਈ ਬਣਿਆ ਹੈ ਜੀ। ਸੋ ਓਕੇ, ਹੁਣ ਇੱਕ ਤੁਹਾਡੇ ਮੈਸੇਜ ਪੜ੍ਹ ਦਈਏ। ਇੱਕ ਮੈਸੇਜ ਆਇਆ ਜੀ ਕਿ ਅਮ੍ਰਿਤਾ ਕੌਰ ਹੀਰ ਨੂੰ ਬਹੁਤ ਵਧਾਈ ਜੀ। ਸ਼ੀ ਗੋਟ ਅ ਫਰਸਟ ਡਿਗਰੀ ਆਨਰਸ, ਲਵ ਫਰੋਮ ਹਰ ਮਮ ਏਮੀ, ਡੈਡ ਸਾਈ, ਐਂਡ all her ਦਾਦਕੇ ਨਾਨਕੇ ਐਂਡ all of that। ਸੋ ਜੋ ਹੈਗੇ ਆ ਬੜੀ ਲਿਸਟ ਭੇਜੂ, ਮੇਰੇ ਖਿਆਲ ਪੂਰਾ ਪਿੰਡ ਦਾ ਨਾਂ ਭੇਜ ਦਿੱਤਾ ਜੋ ਹੈਗੇ ਆ। ਐਂਡ ਚਲੋ ਵੈਰੀ ਗੁੱਡ, ਬਹੁਤ ਬਹੁਤ ਵਧਾਈਆਂ। ਐਂਡ ਮੋਰ ਇੰਪੋਰਟੈਂਟਲੀ ਆਪਾਂ ਜਿੰਨੇ ਵੀ ਆਪਣੇ ਬੱਚੇ ਆ who are waiting their results, so good luck with your results and I hope you do well, but even if you don't do as well as expected, it's not the be all and end all. So ਜੇ ਤੁਸੀਂ expect ਕਰਦੇ ਆ first or 2-1 and you get a 2-2, it's not the end of the world as long as you tried your best। ਆ ਕੀ ਹੈਗੀ ਆ ਤਾਂ ਤੁਸੀਂ ਆਪਣੇ ਬੈਸਟ ਟਰਾਈ ਕਰੋ, ਤਾਂ ਬਾਕੀ ਤਾਂ ਫਿਰ ਜੋ ਹੈਗਾ ਆ ਕਿਸਮਤ ਦੇ ਹੱਥ 'ਚ ਹੈਗਾ ਆ। ਆਪਾਂ ਕਹਿੰਦੇ ਆ an example of that, you're looking at someone who got a 2-2, yeah, you're looking at someone who got a 2-2. I didn't get a 2-1, I didn't get a first. There's a reason I didn't get a 2-1 and 2 at a first, because I spent more time in nightclubs and at Bhangra gigs than I did in lectures. I remember ਇੱਕ ਸਾਲ ਤਾਂ ਮੈਂ ਸਿਰਫ 2 ਹੀ ਲੈਕਚਰਾਂ ਨੂੰ ਗਿਆ, ਤਾਂ ਫਿਰ ਮੈਂ ਐਗਜ਼ਾਮ ਸਿਟ ਕੀਤੇ ਤਾਂ ਮੈਂ ਪਾਸ ਹੋ ਗਿਆ। ਉਹ ਮੈਂ ਸੋਚਦਾ ਸੀ ਮੈਂ ਫੇਲ ਹੋਣਾ, ਪਰ ਹਾਂ
ਕੋਈ ਜੋ ਭੰਗੜਾ ਗਿੱਗ ਹੈਗਾ ਉਹ ਨਹੀਂ ਕਦੇ ਮਿਸ ਕੀਤਾ। ਸੋ ਜਦੋਂ ਅਲਾਪ, ਹੀਰਾ, ਆਪਣਾ ਸੰਗੀਤ, DCS, ਮਲਕੀਤ ਸਿੰਘ ਜੀ, ਸਫਰੀ ਜੀ, ਪ੍ਰੇਮੀ, ਇਹ ਜੀ ਜੋ ਗਰੁੱਪ ਸੀਗੇ, ਹੀਰਾ, ਇਹ ਜਦੋਂ ਸੀਗੇ ਤਾਂ ਉੱਥੇ ਜ਼ਰੂਰ ਹਾਜ਼ਰੀ ਲਾਈਦੀ ਸੀ। ਉਹਨਾਂ ਨੂੰ ਹੁਣ ਵੀ ਮਿਲਦਾ ਅਤੇ ਦੱਸਦਾ ਹੁੰਦਾ ਉਹਨਾਂ ਨੂੰ ਕਿ ਆਪਾਂ ਜਦੋਂ ਇੱਥੇ ਦੇਖਣ ਗਏ ਸੀ, ਇੱਥੇ ਦੇਖਣ ਗਏ ਸੀ, ਇੱਥੇ ਦੇਖਣ ਗਏ ਸੀ। But I still got a tutu. And now look, there you go, all your family sit and watch this bloke on TV and he spouts education to you, the importance of it. So je aapa padde, I would have got a first. But yeah, that's what they all say. But don't do what I did, do what I'm telling you to do. So apna tusi jor lao, paro, and do well, and make sure you have a plan. Remember what I've said in this show in the first part. So it's all about having a plan. Life is about, especially when you're in education, you need to focus and have a plan. And if you follow your plan, you'll pretty much be successful. If you listen to people who are there to distract you and don't have plans of themselves, don't have focus, then you're not really going to gain much from them. You'll probably end up being more confused. So ਆਪਾਂ ਜਿੰਨੇ ਵੀ ਬੱਚੇ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦੇ ਆ, ਅਤੇ ਜਿਨ੍ਹਾਂ ਨੇ ਵੀ ਕਰਨਾ, ਅਤੇ ਜਿਨ੍ਹਾਂ ਨੂੰ ਨਹੀਂ ਵੀ ਅੱਛੇ ਆਪਣੇ ਰਿਜ਼ਲਟ ਆਉਂਦੇ, ਡਜ਼ਨਟ ਮੈਟਰ। ਅਤੇ ਮਾਪਿਆਂ ਨੂੰ ਕਹਿੰਦਾ ਇਹ ਨਹੀਂ ਕਿ ਤੁਸੀਂ ਪਿੱਟਣ ਲੱਗ ਜਾਓ, ਰੋਣ ਲੱਗ ਜਾਓ ਕਿ ਮਰ ਗਏ, ਲੁੱਟ ਗਏ ਜੀ, ਫਲਾਨਾ ਜੋ ਹੈਗਾ ਆ, ਉਹ ਸਮੇਂ ਗਏ ਹੁਣ ਆਪਣੇ। ਉਹ ਤਰੀਕੇ ਨਾਲ ਬੱਚੇ ਨਹੀਂ ਪੜ੍ਹਦੇ ਜੋ ਹੈਗੇ ਆ। ਆਪਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਅਹਿਸਾਸ ਦਵਾਈਏ ਕਿ ਜੋ ਵੀ ਇਹ ਕਰ ਰਹੇ ਆ, ਇਹ ਸਾਡੇ ਲਈ ਨਹੀਂ ਕਰ ਰਹੇ, ਇਹ ਆਪਣੇ ਆਪ ਲਈ ਕਰ ਰਹੇ ਆ। ਰਿਮੈਂਬਰ, ਇਫ ਯੂ ਆਰ ਸਟੱਡੀਇੰਗ, you're not doing it for your mum and dad. They won't benefit from it. They might say, yeah, my son got a degree, but they won't physically benefit from that. It's for you. Why do they get upset and why do they get angry? It's for you. Because they feel bad for you. Because they don't want you to have the life that they've had. They don't want you to go through what they had to. They don't want you to have to move to a place with nothing and then work your way upwards. They want you to have that head start in life. ਜਿਹੜਾ ਆਪਾਂ ਐਜ਼ ਅ ਜੋ ਕੌਮ ਹੈਗੇ ਆ, ਐਜ਼ ਏਸ਼ੀਅਨਸ, ਆਪਾਂ ਪੜ੍ਹਾਈ 'ਤੇ ਕਿਉਂ ਇੰਨਾ ਐਮਫਸਿਸ ਦਈਦਾ? ਬਿਕੋਜ਼ ਅ ਲੋਟ ਆਫ ਆਰ ਐਨਸੈਸਟਰਸ ਉਹ ਪੜ੍ਹੇ ਨਹੀਂ। ਸੋ ਕਿਡਸ ਜਿਹੜੇ ਇਸ ਸਾਲ ਡਿਗਰੀ ਲੈ ਰਹੇ ਆ, ਹੋ ਸਕਦਾ ਯੂ ਆਰ ਦ ਫਰਸਟ ਵਨ ਇਨ ਯੋਰ ਹੋਲ ਫੈਮਿਲੀ ਲਾਈਨ from 10 to 50 generations to actually get a degree. So look how good that is. You're changing history and it's for yourself. ਇਹ ਤੁਹਾਡੇ ਫਾਇਦੇ ਦੀ ਗੱਲ ਆ। And education essential ਨਹੀਂ ਹੈਗੀ, but ਕੋਈ ਇਹਦਾ ਨੁਕਸਾਨ ਨਹੀਂ। It never harms you to have an education. It's not essential, but it will never harm you. It'll only help you to have one. So ਇਹ ਆ ਜੀ ਤੋਂ ਹੈਗਾ ਤੁਹਾਡਾ my little speech for you. So, hi Paji, it's my daughter Paneet Kaur Bajwa's birthday today. She's 10 now, so can you please do a shout out? So Paneet, yeah, happy birthday, 10th birthday, double figures now. So from all the Bajwa family, Sukhjinder da message aaya si. Onkar da message aaya. Hi Paji, can you wish my dad a happy birthday for Sunday? ਮੇਰਾ ਬਰਥਡੇ ਵੀ ਲੈ ਦਾ ਦੇਖ ਲੈ ਹੈ, ਪੇ ਪੁੱਤ ਦਾ ਬਰਥਡੇ ਇੱਕ ਦਿਨ 'ਤੇ, ਐਂਡ ਮਾਈ ਐਨੀਵਰਸਰੀ ਵੀ ਆ ਯਾਰ, ਚੰਗਾ ਹੀ ਆ। ਆ ਤਿੰਨ ਚੀਜ਼ਾਂ ਇੱਕ ਦਿਨ 'ਤੇ ਲੈ ਲਓ, ਤਿੰਨ ਰੰਗ ਨਹੀਂ ਲੱਭਣੇ ਬੀਬਾ ਹੈਂ। ਸੋ 2 ਬਰਥਡੇ, 1 ਐਨੀਵਰਸਰੀ ਇੱਕ ਦਿਨ 'ਤੇ, ਵਧਾਈਆਂ। ਫਿਰ ਤਾਂ ਤੁਸੀਂ ਪੂਰਾ ਹਫ਼ਤਾ ਭਾਨ ਪਈ ਆ। ਸੋ ਹਾਂ, ਹਿਸਾਬ ਨਾਲ ਹੀ ਖਾਏ ਪਿਓ। ਸੋ ਬਹੁਤ ਬਹੁਤ ਵਧਾਈਆਂ ਜੀ ਓਂਕਾਰ ਤਾਂ ਓਂਕਾਰ ਦੇ ਡੈਡੀ ਨੂੰ, ਤਾਂ ਐਨੀਵਰਸਰੀ ਵੀ ਆ ਓਂਕਾਰ ਦੀ ਵਹੁਟੀ ਨੂੰ ਵੀ। ਸੋ ਲਓ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਵੇ। A big shout out to Manj as well and her mum and dad who are watching the show. I said, I wonder if my hubby's on the floor or on the sofa watching a show. Hopefully he's on the sofa for all they're on about. Okay, ਹੋਰ ਕੀ ਰਹਿੰਦਾ ਜੀ? A code message. Please give Amrita Bara a shout out. She was watching your show, so Amrita Bara ji, big hi from me. बाकी देख रही हम कहते मैसेज आए हुआ, मिनट 4 रह गए। मैं हम कानू बारा बोलना हो तो गया मैनू बोल दे
ਰਾਈਟ ਸੋ ਦੈਟਸ ਅਬਾਊਟ ਇਟ ਰੀਲੀ। ਹੁਣ ਮੈਂ ਤਾਂ ਹੁਣ ਨਹੀਂ ਕਹਿ ਸਕਦਾ ਕਿ ਅੱਜ ਦੀ ਸ਼ੋਅ ਲਈ ਤਕਰੀਬਨ ਇੰਨਾ ਹੀ ਸੀਗਾ। ਆਪਾਂ ਦਫ਼ਤਰ ਹੀ ਹੁੰਦੇ ਆ ਜੀ ਡਿਸਪਾਈਟ ਕੋਵਿਡ। ਆਪਾਂ ਜੋ ਹੈਗੇ ਪ੍ਰੀਕਾਸ਼ਨ ਹੈਗੀਆਂ ਸਕਰੀਨਾਂ ਲਾਈਆਂ ਅਤੇ ਆਪਾਂ ਜੋ ਨਵੇਂ ਦਫ਼ਤਰ ਬ੍ਰੈਂਟਫੋਰਡ 'ਚ ਹੈਗੇ ਆ ਜੋ ਕਿ ਗ੍ਰੇਟ ਵੈਸਟ ਰੋਡ 'ਤੇ ਆਸਟ੍ਰੇਲੀਆ ਵਾਲੀ ਟੈਸਕੋ ਦੇ ਕੋਲ ਆ। ਸਕਾਈ ਵਾਲੇ ਜਿੱਥੇ ਗਲੈਕਸੋ ਵਾਲਿਆਂ ਦੀ ਬਿਲਡਿੰਗ ਹੈਗੀ ਉਹਦੇ ਸਾਹਮਣੇ ਹੈਗਾ, ਸਾਰਿਆਂ ਨੂੰ ਉਹਦਾ ਪਤਾ ਆ, ਨਿਸ਼ਕਾਮ ਸਕੂਲ ਦੇ ਕੋਲ। ਸੋ ਉੱਥੇ ਆ ਜੀ। ਤਾਂ ਵੈਸਟ ਬ੍ਰੋਮ ਹਰ ਮੰਗਲਵਾਰ ਆਈਦਾ, ਉੱਥੇ ਹਾਈ ਸਟਰੀਟ 'ਤੇ ਹੋਈਦਾ ਨੰਬਰ 45 ਉੱਥੇ ਆ ਕੇ ਮਿਲ ਸਕਦੇ ਹਾਂ। ਦੇਖੋ ਜੀ, ਜੇ ਕੋਈ ਵੀ ਕਦਮ ਲੈਣ ਤੋਂ ਪਹਿਲਾਂ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਆਪਣੀ ਮਨ ਦੀ ਸ਼ੰਕਾ ਕੱਢ ਲਓ ਅਤੇ ਸੱਚਾਈ ਤੁਹਾਨੂੰ ਪਤਾ ਹੋਊਗਾ ਤਾਂ ਘੱਟੋ ਘੱਟ ਤੁਸੀਂ ਆਪਣੀ ਲਾਈਫ ਪਲਾਨ ਕਰ ਸਕਦੇ ਹਾਂ। ਜਦੋਂ ਆਪਾਂ ਝੂਠੀ ਉਮੀਦ 'ਚ ਰਹਿੰਦੇ ਹਾਂ, ਝੂਠੀ ਖਬਰਾਂ ਨੂੰ ਬਿਲੀਵ ਕਰਦੇ ਹਾਂ, ਫਿਰ ਜੋ ਹੈਗਾ ਜ਼ਿੰਦਗੀ ਖਰਾਬ ਹੁੰਦੀ ਆ। ਅਤੇ ਤੁਸੀਂ ਮੰਨੋ ਨਾ ਮੰਨੋ, ਉਹ ਤੁਹਾਡੇ ਜੋ ਜ਼ਿੰਦਗੀ ਆ ਤੁਹਾਡੇ ਮੰਨਣੇ ਨਾ ਮੰਨਣੇ ਨਾਲ ਨਹੀਂ ਦੇਖਦੀ, ਨਾ ਮੇਰੇ ਮੰਨਣੇ ਨਾ ਮੰਨਣੇ ਦੇਖਦੀ ਆ। ਸੋ ਆਪਾਂ ਜੋ ਹੈਗਾ ਆ ਆਪਣੀ ਲਾਈਫ ਨੂੰ ਆਸਾਨ ਬਣਾਈਏ। ਲੈਟਸ ਮੇਕ ਆਵਰ ਲਾਈਫਸ ਈਜ਼ੀਅਰ ਐਜ਼ ਅਪੋਜ਼ਡ ਟੂ ਹਾਰਡਰ। ਵਾਈ ਵੁੱਡ ਯੂ ਵਾਂਟ ਟੂ ਮੇਕ ਯੋਰ ਲਾਈਫ ਹਾਰਡਰ ਦੈਨ ਇਟ ਆਲਰੇਡੀ ਇਜ਼। ਸੋ ਆਪਾਂ ਇਹ ਕਰੀਏ ਜੀ ਤਾਂ ਆਪਾਂ ਸਹੀ ਚੱਲੀਏ, ਵਧੀਆ ਰਹਾਂਗੇ। ਅਤੇ ਜੋ ਹੈਗਾ ਆ, ਜੇ ਮੈਂ ਹਮੇਸ਼ਾ ਕਹਿੰਦਾ ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਨਾ ਕਰੋ। ਅਨਫੋਰਚੂਨੇਟਲੀ ਅੱਜ ਕੱਲ੍ਹ ਦੀ ਕਮਿਊਨਿਟੀ ਵਿੱਚ ਇਹ ਬਹੁਤ ਹੋ ਰਿਹਾ ਹੈ। ਸੋ ਇਹ ਜੋ ਹੈਗਾ ਔਰ ਸੋਸ਼ਲ ਮੀਡੀਆ ਨੂੰ ਇੱਕ ਗਲਤ ਤਰੀਕੇ ਨਾਲ ਬਣਾਇਆ ਜਾ ਰਿਹਾ ਕਿ ਲੋਕਾਂ ਦਾ ਨੁਕਸਾਨ ਹੋਵੇ, ਲੋਕਾਂ ਦੀ ਲੱਤਾਂ ਖਿੱਚੀ ਜਾਵੇ, ਲੋਕਾਂ ਨੂੰ ਝੂਠੀ ਉਮੀਦ ਦੇਵੇ, ਲੋਕਾਂ ਦੀ ਢੇਰੀ ਢਾਹ ਸਕੇ। ਸੋ ਉਹਦੇ ਵਿੱਚ ਉਹ ਕਹਿੰਦੇ ਸਭ ਤੋਂ ਜ਼ਿਆਦਾ ਕੰਫਿਊਜ਼ਡ ਹੋਇਆ ਜਿਹੜੇ ਇੰਟਰਨੈਟ 'ਤੇ ਜ਼ਿਆਦਾ ਬਹਿੰਦੇ ਆ। ਉਹਨਾਂ ਨੂੰ ਬ੍ਰੇਨ ਹੀ ਓਵਰਲੋਡ ਹੋਇਆ ਹੁੰਦਾ ਗਲਤ ਇਨਫੋਰਮੇਸ਼ਨ ਨਾਲ। ਕਿਤੋਂ ਲੱਤ, ਕਿਤੋਂ ਬਾਂਹ, ਕਿਤੋਂ ਪੈਰ, ਕਿਤੋਂ ਹੱਥ। ਸੋ ਆਇਆ ਜੀ, ਹਾਂ ਬਿੱਲੇ ਦਾ ਮੈਸੇਜ ਆਇਆ ਧਾਲੀਵਾਲ ਦਾ, ਕਹਿੰਦਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਿੱਲਾ ਜੀ, ਵੋਲਸੋਲ ਤੋਂ ਸ਼ੋਅ ਦੇਖ ਰਹੇ ਆ। ਸੋ ਆਪਾਂ ਨੂੰ ਇਹ ਚਾਹੀਦਾ ਜੀ ਕਿ ਆਪਾਂ ਸੱਚਾਈ ਪਤਾ ਕਰਕੇ ਸਾਰਾ ਕਲੀਅਰ ਹੋਵੇ। ਔਰ ਸਾਰੀ ਇਨਫੋਰਮੇਸ਼ਨ ਜੋ ਹੈਗੀ ਆ ਇਹ ਜੋ ਗਵਰਨਮੈਂਟ ਦੇ ਪੇਪਰਾਂ 'ਚ ਆ, ਵੈਬਸਾਈਟਾਂ 'ਤੇ ਆ, ਸਾਰੀਆਂ ਚੀਜ਼ਾਂ 'ਤੇ ਹੈਗੀ ਆ ਜੋ ਇਹਨਾਂ ਦੀ ਅਸਲੀ ਇਨਫੋਰਮੇਸ਼ਨ ਹੈਗੀ ਆ। ਬਾਕੀ ਮੈਂ ਇਹ ਕਹਿਣਾ ਹੁੰਦਾ ਕਿ ਲੋਕਾਂ ਦੀ ਗੱਲਾਂ ਨਾ ਸੁਣੋ, ਲੋਕਾਂ ਦੀ ਐਕਸ਼ਨ ਦੇਖੋ। ਜਿਹੜੇ ਤੁਹਾਨੂੰ ਪੰਪ ਕੱਪ ਕਰਕੇ ਕਹਿੰਦੇ ਕਿ ਨਹੀਂ ਆਹ ਕਰ ਲਾ, ਆਹ ਕਰ ਲਾ, ਆਹ ਪੁੱਠਾ ਕੰਮ ਕਰ ਲਾ, ਉਹ ਆਪ ਤੋਂ ਲੁਕ ਕੇ ਰਹਿੰਦੇ ਆ ਜੀ। ਤੁਹਾਨੂੰ ਇੰਨੇ ਕੌਨਫੀਡੈਂਸ ਨਾ ਕਹੋਗੇ ਕਿ ਜੋ ਆਹ ਕਰ ਲਾ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਕਿ ਉਹ ਐਕਸ਼ਨ ਦੇਖਿਆ ਕਰੋ ਲੋਕਾਂ ਦੇ, ਲੋਕਾਂ ਦੀ ਗੱਲਾਂ 'ਤੇ ਨਾ ਜਾਇਆ ਕਰੋ। ਰਾਈਟ, ਆਪਾਂ ਮੈਸੇਜ ਆਇਆ, ਥੈਂਕ ਯੂ ਫॉर ਅਨਦਰ, ਸ਼ੈਲੀ ਦਾ ਮੈਸੇਜ ਆਇਆ, ਥੈਂਕ ਯੂ ਫॉर ਅਨਦਰ ਨਾਈਸ ਐਪੀਸੋਡ, ਥੈਂਕ ਯੂ ਫॉर ਵਾਚਿੰਗ ਜੀ, ਥੈਂਕ ਯੂ ਫॉर ਵਾਚਿੰਗ। ਸੋ ਤੁਸੀਂ ਥੈਂਕ ਯੂ ਜੀ ਕਿ ਤੁਸੀਂ ਸ਼ੋਅ ਦੇਖ ਰਹੇ ਹੋ। ਤੁਹਾਡੇ ਕਰਕੇ ਹੀ ਆਉਣਾ ਜੀ, ਨਹੀਂ ਤਾਂ ਅੱਜ ਗਰਮੀ ਤਾਂ ਮੈਨੂੰ ਵੀ ਵਧੀਆ ਲੱਗਦੀ ਸੀ ਕਿ ਮੈਂ ਵੀ ਝੱਗੀਆਂ ਜਿਹੀਆਂ ਪਾ ਕੇ ਫਿਰਾਂ ਅਤੇ ਕੱਛਾ ਪਾ ਕੇ ਫਿਰਾਂ ਬਾਹਰ, ਅਤੇ ਹੁਣ ਮੈਂ ਪਹੁੰਚਣਾ ਹੈਗਾ 9 ਵਜੇ ਘਰ। ਇੰਨਾ ਫਰਕ ਹੈ ਜੀ, ਅਤੇ ਤੁਸੀਂ ਆਲਰੇਡੀ ਬੈਠੇ ਆ। ਬਾਕੀ ਫੁੱਟਬਾਲ ਇੰਜੋਏ ਕਰੋ। ਸਾਰੇ ਦੇਸ਼ ਜੋ ਹੈਗੇ ਆ ਉਹਨਾਂ ਨੂੰ ਗੁੱਡ ਲੱਕ ਹੋਵੇ। ਸਕਾਟਲੈਂਡ ਵਾਲਿਆਂ ਨਾਲ ਅਫਸੋਸ ਕਰ ਲੈਂਦੇ ਮਾੜਾ ਜਿਹਾ ਕਿ ਉਹ ਆਊਟ ਹੋ ਗਏ, ਪਰ ਫਿਰ ਵੀ ਵਧੀਆ ਖੇਲ ਗਏ। ਇੰਗਲੈਂਡ ਤੋਂ ਤਾਂ ਨਹੀਂ ਹਾਰੇ, ਇੱਜ਼ਤ ਰੱਖ ਲਈ ਉਹਨਾਂ ਨੇ। ਤੁਹਾਨੂੰ ਨਹੀਂ ਜਿੱਤਣ ਦੇਣਾ ਇੰਗਲੈਂਡ, ਉਹ ਕਹਿੰਦੇ। ਬਾਕੀ ਗੱਲ ਠੀਕ ਆ, ਭਾਵੇਂ ਅਸੀਂ ਬਾਕੀਆਂ ਤੋਂ ਹਾਰੀਏ। ਬਾਕੀ ਇਟਲੀ, ਪੋਰਚੁਗਲ, ਸਪੇਨ, ਜਰਮਨੀ, ਡੈਨਮਾਰਕ, ਵੇਲਸ, ਇੰਗਲੈਂਡ, ਜਿੰਨੀਆਂ ਵੀ ਟੀਮਾਂ ਹੈਗੀਆਂ ਜੀ ਉਹਨਾਂ ਨੂੰ ਬਹੁਤ ਗੁੱਡ ਲੱਕ ਹੋਵੇ। ਦੇਖੀਏ ਕਿਹਦਾ ਕੱਟਾ ਕੱਟੀ ਨਿਕਲਦਾ। ਅਤੇ ਮੈਂ ਤੁਹਾਨੂੰ ਮਿਲੂੰਗਾ ਜੀ ਅਗਲੇ ਫਰਾਈਡੇ, ਅਤੇ ਮੋਰ ਇਨਫੋਰਮੇਸ਼ਨ ਮਿਲੂਗਾ ਜੋ ਹੈਗਾ ਗ੍ਰੈਜੂਏਟ ਸਕੀਮ ਬਾਰੇ। ਹੋਪਫੁਲੀ ਉਹਦਾ ਸਾਰਾ ਇਨਫੋਰਮੇਸ਼ਨ ਔਨਲਾਈਨ ਆ ਜਾਏਗਾ ਜਦ ਤੱਕ। ਅਤੇ ਹੋਰ ਵੀ ਦੇਖਾਂਗੇ ਕਿ ਕੀ ਹੋ ਰਿਹਾ ਕੀ ਨਹੀਂ ਕੋਵਿਡ ਦੇ ਨਾਲ, ਐਂਡ ਜੀ ਜੋ ਹੈਗਾ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ। ਅਤੇ ਬਾਕੀ ਤੁਹਾਡੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਚਾਹੁੰਦਾ ਜੀ ਹੈਵ ਅ ਗ੍ਰੇਟ ਵੀਕਐਂਡ ਐਵਰੀਬੋਡੀ। ਧਿਆਨ ਨਾਲ ਤੁਸੀਂ ਰਹੋ, ਪਿਆਰ ਨਾਲ ਰਹੋ, ਪੰਗਿਆਂ ਤੋਂ ਦੂਰ ਰਹੋ। ਜਿਹੜੇ ਲੋਕ ਪੰਗੇ ਕਰਦੇ ਉਹਨਾਂ ਤੋਂ ਵੀ ਦੂਰ ਰਹੋ, ਭਾਵੇਂ ਤੁਹਾਡੇ ਆਪਣੇ ਨਾ ਹੋ, ਕਿਉਂ ਨਾ ਹੋਣ। ਸਾਨੂੰ ਲੋੜ ਹੀ ਨਹੀਂ ਅੱਜ ਕੱਲ੍ਹ ਦੀ ਸਥਿਤੀ ਵਿੱਚ। ਆਪਾਂ ਸ਼ਾਂਤੀ ਪ੍ਰਸਤ ਲਾਈਫ ਜੀਏ, ਹੈਪੀ ਲਾਈਫ ਜੀਏ। ਸਾਰਿਆਂ ਨੂੰ ਗੋਡ ਬਲੈਸ। ਤੁਹਾਡੇ ਸਾਰਿਆਂ ਲਈ ਅਰਦਾਸ ਕਰਦਾ ਕਿ ਤੁਸੀਂ ਵੈਲ ਹੋ ਐਂਡ ਤੰਦਰੁਸਤ ਹੋ। ਰੱਬ ਤੁਹਾਨੂੰ ਸਿਹਤ ਬਖਸ਼ੇ ਔਰ ਅਕਲ ਬਖਸ਼ੇ, ਅਤੇ ਜੇ ਬਾਹਲਾ ਹੀ ਰੱਬ ਦੇ ਆਵਾਨ ਤਾਂ ਦੋਨੋਂ ਚੀਜ਼ਾਂ ਬਖਸ਼ੇ। ਮੈਂ ਤੁਹਾਨੂੰ ਮਿਲੂੰਗਾ ਅਗਲੇ ਹਫ਼ਤੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
Introducing the AA, the UK's #1. Our patrols will usually get you back off the road in around 30 minutes of getting to you. Plus, with unlimited call-outs, we'll always be there when you need us. Get that feeling from £6 a month. The AA. Join today at theaa.com. At Glasses Direct, all of these glasses are 2 pairs for £16 with lenses. Get your glasses your way at glassesdirect.co.uk. It's for her. It's for him. It's for them. If you aren't around. Life insurance from Legal & General starts from just £6 a month and could help support your loved ones financially if the worst happens to you. You'll also receive a £100 gift card after you take out cover. Life insurance. It's for them. Get your quote today. At Middleton's, we present our Discovery scooter. Let's take a closer look. Available in copper, red or purple. Easily fold and unfold using the remote control, or the buttons on the rear of the scooter itself. Folding within 20 seconds